ਮਾਡਰਨ ਸਿਟੀਜ਼ ਕਈ ਅਜਿਹੇ ਸੂਬੇ ਸੀਗੇ ਜਿਹੜੇ ਬਹੁਤ ਮਾਡਰਨ ਨੇ, ਜਿੱਥੇ ਲੱਗਦਾ ਸੀ ਵੀ ਬੰਦ ਦੀ ਸ਼ਾਇਦ ਕਾਲ ਦਾ ਅਸਰ ਇੱਥੇ ਨਹੀਂ ਹੋਏਗਾ, ਉੱਥੇ ਵੀ ਬੰਦ ਦੀ ਕਾਲ ਦਾ ਅਸਰ ਸਿੱਧੇ ਤੌਰ ਦੇ ਉੱਤੇ ਪੈਂਦਾ ਦਿਖਾਈ ਦਿੱਤਾ। ਛੋਟੀ ਜਿਹੀ ਐਗਜ਼ਾਮਪਲ ਹੈ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਤਾਂ, ਔਰ ਇਹਨਾਂ ਮਾਡਰਨ ਸਿਟੀ ਦੇ ਵਿੱਚ ਜਿਵੇਂ ਪੂਰੇ ਤਰੀਕੇ ਨਾਲ ਬੰਦ ਰਿਹਾ, ਲੋਕਾਂ ਨੇ ਸਮਰਥਨ ਦਿੱਤਾ, ਕਿਉਂਕਿ ਇਹ ਲੋਕ ਪਹਿਲਾਂ ਸ਼ਾਇਦ ਇਹਨਾਂ ਬਿੱਲਾਂ ਨੂੰ ਸਮਝਣ ਦੀ ਬਜਾਏ ਇਹ ਸਮਝ ਰਹੇ ਸੀਗੇ ਵੀ ਸ਼ਾਇਦ ਇਹ ਬਿੱਲ ਸਿਰਫ ਇੱਕ ਤਬਕੇ ਨਾਲ ਜੁੜੇ ਨੇ ਜਾਂ ਫਿਰ ਪੇਂਡੂ ਖੇਤਰਾਂ ਦੇ ਨਾਲ ਜੁੜੇ ਬਿੱਲ ਨੇ, ਪਰ ਇਹ ਬੜੀ ਵੱਡੀ ਗੱਲ ਹੈ ਵੀ ਹੁਣ ਲੋਕ ਸਮਝ ਰਹੇ ਨੇ। ਆਪਣੀ ਸੱਤਾ केजरीवाल जी ने पहली गवर्नमेंट ते तोड़ती, थोड़े दिनों बाद तोड़ती, दोबारा जो सत्ता आ गई ते पहला कर्म उन्होंने ये किया कि सारे बंदे चक के बाहर मारे। जिस किस्म ना कन्नों फड़ के बाहर कड्डे, छोटे पोर होर मैनू भी कढ़ता, मैं तो फिर रिजाइन करता, मैंने सस्पेंड किया सीगा इस करके कि असी सवाल क्यों करते। जम्मू कश्मीर नू एक यूनियन टैरेटरी बनाउण दा फैसला हो गया तो धारा 370 की इस केजरीवाल साहब ने हटाउण दी सपोर्ट की, मोदी जी दे नाल खड़े होए। दिल्ली दे विच दंगे हुणे हो के हटे आ पिछले साल। केजरीवाल जी का मूँह टुट जे वो एक बारी भी जाके विच खड़े हो। इन्हां नालों ते महात्मा गांधी चंगा सीगा, जदों कलकत्ते देश की पार्टी चलोई वो लोगों के विच खड़ा हो गया, कहंदा सी मेरे गोली मारो जे तुसीं दंगाइयां ने, दंगे करने एक दूजे का खून करना ते मेरे पहला कलकत्ते दे विच तुसीं मैनूं गोली मारोगे। पर जे केजरीवाल टिकटां वेचण लग जू पंजाब दे विच 4 करोड़ ਉਹਦੇ ਤੋਂ ਲੈ ਕੇ ਉਹਨੂੰ ਦੇਤੀ, 2 ਕਰੋੜ ਲੈ ਕੇ ਉਹਨੂੰ ਦੇਤੀ, ਤੇ ਜਿਹੜੇ ਕੰਮ ਕਰਦੇ ਸੀ ਉਹ ਚੱਕ ਕੇ ਕੰਨੋਂ ਫੜ ਕੇ ਬਾਹਰ ਮਾਰੇ, ਉਹਨਾਂ ਨੂੰ ਕੋਈ ਟਿਕਟ ਵੀ ਨਹੀਂ ਦਿੱਤੀ, ਨੇੜੇ ਤੇੜੇ ਨਹੀਂ ਪਾਰਟੀ ਦੇ ਲੱਗਣ ਦਿੱਤਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਥੋੜੇ ਦਿਨ ਤੋਂ ਸੁਗਬੁਗਾਹਟ ਜਿਹੀ ਚੱਲ ਰਹੀ ਸੀ, ਕਿਉਂਕਿ ਬਾਦਲ ਪਰਿਵਾਰ ਦੇ ਉੱਤੇ, ਬਾਦਲ ਸਪੈਸ਼ਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉੱਤੇ ਇੱਕ ਵੱਖਰੇ ਕਿਸਮ ਦੀ ਜਿਹੜੀ ਹੈ ਤਲਵਾਰ ਲਟਕ ਰਹੀ ਸੀ ਵੀ ਉਹ ਹੁਣ ਧਾਰਮਿਕ ਪਾਰਟੀ ਦੇ ਤੌਰ ਦੇ ਉੱਤੇ ਚੋਣਾਂ ਲੜਨਗੇ ਜਾਂ ਫਿਰ ਸਿਆਸੀ ਤੌਰ ਦੇ ਉੱਤੇ। ਭਾਰਤ ਦੇ ਵਿੱਚ ਬੰਦ ਜਿਹੜਾ ਉਹ ਮੁਕੰਮਲ ਦਿਖਾਈ ਦਿੱਤਾ, ਵੀ ਕਾਫੀ ਹੱਦ ਤੱਕ ਸਫਲ ਹੀ ਦਿਖਾਈ ਦਿੱਤਾ। ਔਰ ਇੱਕ ਤਾਂ ਇਹ ਦੱਸੋ ਵੀ ਇਸ ਬੰਦ ਦਾ ਜਿਹੜਾ ਅਸਰ ਹੈ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਤੇ ਤੁਹਾਨੂੰ ਲੱਗਦਾ ਵੀ ਹੁਣ ਪਏਗਾ? ਇਹ ਤੇ ਕੋਈ ਬੜੀ ਵੱਡੀ ਇਤਿਹਾਸਕ ਜਿਹੜੀ ਲੋਕ ਮੂਵਮੈਂਟ ਦਾ ਪ੍ਰਦਰਸ਼ਨ ਹੈ ਕਿ ਲੋਕ ਮਹਾਜ ਕੀ ਹੁੰਦੇ, ਜਦੋਂ ਲੋਕ ਇਕੱਠੇ ਹੋ ਜਾਂਦੇ ਉਹ ਕੀ ਕੁਝ ਕਰਦੇ ਆ। ਇੰਜ ਲੱਗਦਾ ਜਿਹੜਾ ਕੰਮ ਕਈ ਵਾਰੀ ਕਰੋਨਾ, ਜਦੋਂ ਕਰੋਨਾ ਕਾਲ ਸੀਗਾ, ਉਹ ਸਾਰੀ ਪੁਲਿਸ ਮਿਲ ਕੇ ਨਹੀਂ ਕਰ ਸਕੀ, ਸਾਰੇ ਸੂਬੇ ਦੀ 80-90 ਹਜ਼ਾਰ ਪੁਲਿਸ ਨਹੀਂ ਸੀ ਮਿਲ ਕੇ ਕਰ ਸਕੀ। ਲੋਕਾਂ ਨੇ ਜਦੋਂ ਆਪਣੇ ਹੱਥ ਬਿਨਾਂ ਇੱਕ ਡੰਡਾ ਚੁੱਕਿਆ, ਬਿਨਾਂ ਕਿਸੇ ਨੂੰ ਥੱਪੜ ਮਾਰਿਆ, ਇੰਨੇ ਵਧੀਆ ਢੰਗ ਦੇ ਨਾਲ ਸਾਰਾ ਪੰਜਾਬ ਬੰਦ ਕਰਕੇ ਰੱਖਿਆ। 3 ਮੰਗਾਂ ਔਰ ਜਿਹੜੀ MSP ਬਣਾਉਣੀ, 3 ਕਾਲੇ ਕਾਨੂੰਨ ਵਾਪਸ ਕਰਾਉਣੇ, ਇਹ ਇੱਕ ਸਾਡੀ ਸ਼ੁਰੂਆਤੀ ਮੰਗ ਹੈਗੀ। ਔਰ ਜਿਹਦੇ ਤੋਂ ਜਿਹਨੂੰ ਮਨਾਏ ਬਗੈਰ ਤੇ ਪਿੱਛੇ ਹਟਣਾ ਜਾਂ ਫੌਜਾਂ ਦਾ ਘਰ ਵਾਪਸ ਆਉਣਾ ਨਾਮੁਮਕਿਨ ਆ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਰੇ ਦਰਸ਼ਕਾਂ ਦਾ? ਦ ਮਾਰਨਿੰਗ ਸ਼ੋਅ ਦੇ ਵਿੱਚ ਮੈਂ ਸ਼ਰੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਦਰਸ਼ਕ ਜਿਹੜੇ ਡੇਲੀ ਸਾਡੇ ਨਾਲ ਜੁੜਦੇ ਨੇ, ਉਹ ਪਹਿਲਾਂ ਤਾਂ ਟੀਵੀ ਤੇ ਕੋਈ ਹੋਰ ਚੈਨਲ ਲਗਾਇਆ ਤਾਂ ਪਲੀਜ਼ ਬਦਲ ਲਓ ਆਪਣੇ ਚੈਨਲ ਨੂੰ, ਤੇ ਆਓ ਆਪਾਂ ਗੱਲਾਂ ਬਾਤਾਂ ਬਹੁਤ ਸਾਰੀਆਂ ਕਰਨੀਆਂ ਨੇ। ਤੇ ਇਸ ਤੋਂ ਇਲਾਵਾ ਫੇਸਬੁੱਕ ਵਾਲੇ ਜਿਹੜੇ ਸਾਡੇ ਦੋਸਤ ਮਿੱਤਰ, ਸਾਡੇ ਸਹਿਯੋਗੀ ਨੇ, ਉਹ ਫੇਸਬੁੱਕ ਦੇ ਨਾਲ ਜੁੜ ਜਾਇਆ ਕਰੋ ਤੇ ਆਪਣੇ ਕਮੈਂਟਸ ਜਿਹੜੇ ਆ ਉਹ ਨਾਲ ਸਾਨੂੰ ਜ਼ਰੂਰ ਭੇਜਿਆ ਕਰੋ। ਜਿਸ ਬਾਬਤ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਕੋਈ ਗੱਲ ਕਹਿਣਾ ਚਾਹੁੰਦੇ ਹੋ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ। ਤੇ ਬਾਕੀ ਜਿਹੜੇ ਘਰ ਬੈਠੇ ਸਾਡੇ ਸਹਿਯੋਗੀ ਨੇ, ਉਹ ਤਾਂ ਸਾਰੇ ਖੈਰ ਸਾਡੇ ਨਾਲ ਫੋਨ ਕਾਲ ਤੇ ਜੁੜ ਹੀ ਜਾਂਦੇ ਨੇ ਤੇ ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਸਰੀ ਵਾਸੀਆਂ ਦੇ ਲਈ ਇਹ ਖਬਰ ਹੈ ਜੀ, ਜਿਹੜੇ ਸਰੀ ਵਾਸੀ ਨੇ, ਸਪੈਸ਼ਲੀ ਉਹ ਸੀਨੀਅਰਸ ਜਿਨ੍ਹਾਂ ਨੂੰ ਪੰਜਾਬੀ ਜਿਹੜੀ ਹੈ ਉਹ ਬੋਲਣੀ ਆਉਂਦੀ ਹੈ, ਇੰਗਲਿਸ਼ ਭਾਸ਼ਾ ਜਿਹੜੀ ਹੈ, ਅੰਗਰੇਜ਼ੀ ਹੈ, ਉਹ ਠੀਕ ਤਰ੍ਹਾਂ ਬੋਲ ਨਹੀਂ ਪਾਉਂਦੇ, ਸਮਝ ਨਹੀਂ ਪਾਉਂਦੇ, ਉਹਨਾਂ ਦੇ ਲਈ ਹੈ ਵੀ ਜੇ ਵੈਕਸੀਨ ਦੀ ਬੁਕਿੰਗ ਕਰਨ ਦੇ ਵਿੱਚ ਉਹਨਾਂ ਨੂੰ ਦਿੱਕਤ ਆਉਂਦੀ ਹੈ ਤਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿਹੜਾ ਹੈ ਉੱਥੇ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਹੈ ਉਹ ਦਿੱਤੀ ਜਾਏਗੀ, ਉਹ ਵੈਕਸੀਨ ਉਹਨਾਂ ਨੂੰ ਉੱਥੇ ਮਿਲੇਗੀ। ਹੁਣ ਕਿਹਾ ਜਾ ਰਿਹਾ ਕਿ 30 ਤੋਂ 50 ਦੇ ਇਕੱਠ ਰੂਟੀਨ ਦੇ ਵਿੱਚ ਬਣਾਇਆ ਜਾਣਗੇ। 30 ਤੋਂ 50 ਬੰਦੇ ਜਿਹੜੇ ਨੇ ਉਹ ਜਾ ਕੇ ਆਪਣੀ ਵੈਕਸੀਨ ਗੁਰਦੁਆਰਾ ਸਾਹਿਬ ਤੋਂ ਲੈ ਸਕਦੇ ਨੇ, ਜਿਨ੍ਹਾਂ ਨੂੰ ਆਨਲਾਈਨ ਬੁਕਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ। ਸਿਰਫ ਪੰਜਾਬੀ ਬੋਲਣ ਵਾਲੇ ਜਿਹੜੇ ਸੀਨੀਅਰਸ ਨੇ, ਜਿਹੜੇ ਅੰਗਰੇਜ਼ੀ ਭਾਸ਼ਾ ਨੂੰ ਸਮਝ ਨਹੀਂ ਪਾਉਂਦੇ, ਉਹ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜਾ ਕੇ ਆਪਣੀ ਵੈਕਸੀਨ ਬਾਰੇ ਪੂਰੀ ਜਾਣਕਾਰੀ ਹਾਸਲ ਉੱਥੋਂ ਕਰ ਸਕਦੇ ਨੇ ਤੇ ਆਪਣੀ ਭਾਸ਼ਾ ਦੇ ਵਿੱਚ ਉੱਥੇ ਸਾਰੇ ਜਿਹੜੇ ਵਲੰਟੀਅਰਸ ਨੇ ਉਹ ਤੁਹਾਨੂੰ ਗਾਈਡ ਕਰਨਗੇ, ਸਾਰਾ ਉਸ ਸੰਬੰਧੀ ਦੱਸਣਗੇ ਤੇ ਵੈਕਸੀਨ ਇਸ ਲਈ ਜਿਹੜੇ ਸੀਨੀਅਰਸ ਆ ਉਹਨਾਂ ਨੂੰ ਮਿਲ ਜਾਏਗੀ। ਸੋ ਇਹ ਉਹਨਾਂ ਲਈ ਇੱਕ ਚੰਗੀ ਖਬਰ ਤੇ ਚੰਗੀ ਜਾਣਕਾਰੀ ਕਹੀ ਜਾ ਸਕਦੀ ਹੈ। ਸੋ ਹੁਣ ਜਿਨ੍ਹਾਂ ਦਾ ਕੋਈ ਸਵਾਲ ਹੈ ਜਾਂ ਕੌਣ ਜਾ ਸਕਦੇ ਨੇ, ਕਿਵੇਂ ਜਾਣਾ, ਉਹ ਸਾਰੇ ਪਲੀਜ਼ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਕੱਤਰ ਕਰ ਸਕਦੇ ਨੇ। ਹੁਣ ਅੱਗੇ ਜੇ ਆਪਾਂ ਵਧੀਏ ਤੇ ਭਾਰਤ ਬੰਦ ਦੇ ਉੱਤੇ ਸਾਡੀ ਸਭ ਦੀ ਨਜ਼ਰ ਟਿਕੀ ਸੀ ਵੀ ਹੁਣ ਭਾਰਤ ਬੰਦ ਹੋਣਾ ਹੈ ਤੇ ਭਾਰਤੀ ਸਮੇਂ ਦੇ ਮੁਤਾਬਕ, ਪਰ ਭਾਰਤ ਦੇ ਵਿੱਚ ਤਾਂ ਅੱਜ ਜਿਹੜਾ ਪੂਰਾ ਦਿਨ ਬੰਦ ਦਾ ਜਿਹੜਾ ਅਸਰ ਉੱਥੇ ਦਿਖਾਈ ਦਿੱਤਾ ਹੈ। ਔਰ ਆਪਣੇ ਇੱਧਰ ਅੱਜ ਦਿਨ ਚੜਿਆ ਤੇ ਆਪਾਂ ਅੱਜ ਇਸ ਖਬਰ ਸੰਬੰਧੀ ਜਾਣਕਾਰੀ ਹਾਸਲ ਕਰਾਂਗੇ ਵੀ ਉਸ ਬੰਦ ਦਾ ਜਿਹੜਾ ਅਸਰ ਹੈ
ਉਹ ਕਿੰਨਾ ਕੁ ਹੋਇਆ। ਬੰਦ ਮੁਕੰਮਲ ਰਿਹਾ, ਆਵਾਜਾਈ ਪੂਰੀ ਤਰ੍ਹਾਂ ਠੱਪ ਦਿਖਾਈ ਦਿੱਤੀ, ਲੋਕਾਂ ਨੇ ਵੀ ਵੱਧ ਚੜ੍ਹ ਕੇ ਸਮਰਥਨ ਦਿੱਤਾ, ਆਮ ਜਨਤਾ ਨੇ ਸਮਰਥਨ ਦਿੱਤਾ ਔਰ ਇਸ ਤੋਂ ਇਲਾਵਾ ਕਈ ਜਥੇਬੰਦੀਆਂ ਅਜਿਹੀਆਂ ਸੀਗੀਆਂ, ਕਈ ਹੋਰ ਵਰਗ ਅਜਿਹੇ ਸੀਗੇ ਜਿਨ੍ਹਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਕਾਲ ਦਿੱਤੀ ਸੀਗੀ ਕਿ ਅਸੀਂ ਇਸ ਬੰਦ ਨੂੰ ਪੂਰਾ ਸਮਰਥਨ ਦੇਵਾਂਗੇ। ਪਰ ਹੁਣ ਬਾਹਰੀ ਸੂਬਿਆਂ ਦੇ ਵਿੱਚ ਕੀ ਤਸਵੀਰ ਦੇਖਣ ਨੂੰ ਮਿਲੀ? ਪੰਜਾਬ ਦੇ ਵਿੱਚ ਤਾਂ ਬੰਦ ਦਾ ਮੁਕੰਮਲ, ਹਰਿਆਣਾ ਦੇ ਵਿੱਚ ਦਿਖਾਈ ਦਿੱਤਾ। ਬਾਕੀ ਸੂਬਿਆਂ ਦਾ ਹਾਲ ਅਸੀਂ ਜਾਣਾਂਗੇ। ਪ੍ਰੋਫੈਸਰ ਮਨਜੀਤ ਸਾਡੇ ਨਾਲ ਜੁੜਨਗੇ, ਉਹਨਾਂ ਤੋਂ ਹੀ ਅਸੀਂ ਇਸ ਸੰਬੰਧੀ ਜਾਣਕਾਰੀ ਜਿਹੜੀ ਹੈ ਉਹ ਸਾਰੀ ਲਵਾਂਗੇ। ਔਰ ਇਸ ਤੋਂ ਇਲਾਵਾ ਇਹ ਦੱਸ ਦਈਏ ਕਿ DSGMC ਚੋਣਾਂ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਸੀ, ਯਾਨੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਥੋੜੇ ਦਿਨ ਤੋਂ ਸੁਖਬੁਗਾਹਟ ਜਿਹੀ ਚੱਲ ਰਹੀ ਸੀਗੀ, ਕਿਉਂਕਿ ਬਾਦਲ ਪਰਿਵਾਰ ਦੇ ਉੱਤੇ, ਬਾਦਲ ਸਪੈਸ਼ਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉੱਤੇ ਇੱਕ ਵੱਖਰੇ ਕਿਸਮ ਦੀ ਜਿਹੜੀ ਹੈ ਤਲਵਾਰ ਲਟਕ ਰਹੀ ਸੀ ਵੀ ਉਹ ਹੁਣ ਧਾਰਮਿਕ ਪਾਰਟੀ ਦੇ ਤੌਰ ਦੇ ਉੱਤੇ ਚੋਣਾਂ ਲੜਨਗੇ ਜਾਂ ਫਿਰ ਸਿਆਸੀ ਤੌਰ ਦੇ ਉੱਤੇ, ਕਿਉਂਕਿ DSGMC ਚੋਣਾਂ ਲੜਨ ਦੇ ਲਈ ਜਿਹੜੀ ਅਮੈਂਡਮੈਂਟ ਸੀਗੀ, ਜਿਹੜਾ ਰੂਲ ਸੀਗਾ, ਉਸ ਮੁਤਾਬਕ ਹੁਣ ਸਿਰਫ ਜਿਹੜੀ ਧਾਰਮਿਕ ਪਾਰਟੀ ਹੈ ਉਹੀ ਜਿਹੜੀ ਇਲੈਕਸ਼ਨ ਸਿਰਫ ਲੜ ਸਕਦੀ ਹੈ। ਸੋ ਇਹ ਗੱਲ ਹੁਣ ਦਿੱਲੀ ਅਦਾਲਤ ਨੇ ਵੀ ਕਹਿ ਦਿੱਤੀ ਹੈ ਵੀ ਇਹ ਰੂਲ ਦੇ ਮੁਤਾਬਕ, ਜਿਹੜਾ ਮੌਜੂਦਾ ਰੂਲ ਹੈ ਉਸ ਮੁਤਾਬਕ ਚੱਲਣਾ ਪਏਗਾ। ਤੇ HS ਫੂਲਕਾ ਇਸ ਸੰਬੰਧੀ ਪੂਰੀ ਜਾਣਕਾਰੀ ਦਿੰਦੇ ਨਜ਼ਰ ਆਏ, ਉਹਨਾਂ ਦੀ ਉਹ ਪੂਰੀ ਜਾਣਕਾਰੀ ਅਸੀਂ ਸੁਣਾਂਗੇ ਵੀ ਉਸ ਬਾਬਤ ਵੀ ਗੱਲ ਕਰਾਂਗੇ ਵੀ ਉਹ ਕੀ ਕਹਿੰਦੇ ਸੀ। ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਮਨਜੀਤ ਦੇ ਨਾਲ ਅਸੀਂ ਭਾਰਤ ਬੰਦ ਦੇ ਉੱਤੇ ਗੱਲ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ ਸ਼ੈਰੀ ਜੀ। ਜੀ ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਭਾਰਤ ਬੰਦ ਦੀ ਗੱਲ ਕਰਦੇ ਹਾਂ। ਭਾਰਤ ਦੇ ਵਿੱਚ ਬੰਦ ਜਿਹੜਾ ਉਹ ਮੁਕੰਮਲ ਦਿਖਾਈ ਦਿੱਤਾ, ਵੀ ਕਾਫੀ ਹੱਦ ਤੱਕ ਸਫਲ ਹੀ ਦਿਖਾਈ ਦਿੱਤਾ। ਔਰ ਇੱਕ ਤਾਂ ਇਹ ਦੱਸੋ ਵੀ ਇਸ ਬੰਦ ਦਾ ਜਿਹੜਾ ਅਸਰ ਹੈ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਤੇ ਤੁਹਾਨੂੰ ਲੱਗਦਾ ਵੀ ਹੁਣ ਪਏਗਾ, ਕਿਉਂਕਿ ਬਹੁਤ ਸਾਰੇ ਵਰਗ ਅਜਿਹੇ ਦਿਖਾਈ ਦਿੱਤੇ ਜਿਨ੍ਹਾਂ ਨੇ ਪੂਰਾ ਸਮਰਥਨ ਦਿੱਤਾ। ਦੇਖੋ, ਜਿੱਥੇ ਤੱਕ ਤੇ ਪੰਜਾਬ ਹਰਿਆਣੇ ਦਾ ਆ, ਐਵੇਂ ਲੱਗਦਾ ਸੀ ਜਿਵੇਂ ਭੂਤ ਫਿਰ ਗਿਆ ਹੋਵੇ। ਇਹੋ ਜਿਹਾ ਤੇ ਕਰਫਿਊ ਜਦੋਂ ਲੱਗਦਾ ਉਦੋਂ ਹੀ ਬੰਦ ਹੁੰਦਾ। ਜਿੱਥੇ ਜਾਣੀ ਕੱਲਾ ਰੇਲ ਹੀ ਨਹੀਂ ਬੰਦ, ਬਿਲਕੁਲ ਦੁਕਾਨਾਂ ਬੰਦ, ਬਾਜ਼ਾਰ ਬੰਦ, ਹਰ ਚੀਜ਼ ਬੰਦ। ਮੈਂ ਖੁਦ ਵੀ ਮੋਹਾਲੀ ਦੇ ਕੁਝ ਜਗ੍ਹਾ ਤੇ ਜਾ ਕੇ ਆਇਆ ਸੀਗਾ। ਜਿਸ ਢੰਗ ਦੇ ਨਾਲ ਬੱਚੇ, ਬੱਚੀਆਂ, ਬਹੁਤ ਸਾਰੀਆਂ ਔਰਤਾਂ ਬੀਬੀਆਂ ਨੇ ਤੇ ਆਪਣੀਆਂ ਚਾਰਪਾਈਆਂ ਮੰਜੀਆਂ ਲਿਆ ਕੇ ਸੜਕ ਤੇ ਬੈਠ ਗਈਆਂ। ਤੇ ਬਹੁਤ ਅਜੇ ਧੁੱਪ ਨਹੀਂ ਹੈਗੀ, ਹਾਲਾਂਕਿ ਧੁੱਪ ਹੈਗੀ ਆ, ਪਰ ਫਿਰ ਵੀ 6 ਤੋਂ 12 ਘੰਟੇ ਟਾਈਮ ਕੱਢਣਾ ਖੜੇ ਹੋ ਕੇ ਔਖਾ ਹੈਗਾ। ਕਿਤੇ ਦਰੀਆਂ ਵਿਛਾਈਆਂ ਲੋਕਾਂ ਨੇ, ਕਿਤੇ ਪਾਣੀ ਵੀ। ਹੋਰ ਇੱਥੋਂ ਤੱਕ ਇੱਕ ਜਿਹੜੀ ਨਵੀਂ ਗੱਲ ਦੇਖਣ ਨੂੰ ਮਿਲੀ ਕਿ ਜਿਹੜੇ ਨੌਜਵਾਨ ਬੱਚੇ, ਤੁਹਾਨੂੰ ਪਤਾ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਆ, ਜ਼ਰੂਰੀ ਨਹੀਂ ਲੰਗਰ, ਫੋਨ ਕੱਢਿਆ, ਪੀਜ਼ਾ ਮੰਗਾਇਆ, ਪੀਜੇ ਵੀ ਵੰਡੇ ਕਈ ਜਗ੍ਹਾ, ਛੋਟੇ ਛੋਟੇ ਜਿੱਥੇ ਗਰੁੱਪ ਸੀਗੇ ਉਹਨਾਂ ਨੇ। ਤੇ ਇਸ ਕਿਸਮ ਦਾ ਸਾਰਾ ਕੰਮ, ਜਾਣੀ ਇਹ ਤੇ ਕੋਈ ਬੜੀ ਵੱਡੀ ਇਤਿਹਾਸਕ ਜਿਹੜੀ ਲੋਕ ਮੂਵਮੈਂਟ ਦਾ ਪ੍ਰਦਰਸ਼ਨ ਹੈ ਕਿ ਲੋਕ ਮਹਾਜ ਕੀ ਹੁੰਦੇ, ਜਦੋਂ ਲੋਕ ਇਕੱਠੇ ਹੋ ਜਾਂਦੇ ਉਹ ਕੀ ਕੁਝ ਕਰਦੇ ਆ। ਇੰਝ ਲੱਗਦਾ ਜਿਹੜਾ ਕੰਮ ਕਈ ਵਾਰੀ ਜਦੋਂ ਕਰੋਨਾ ਕਾਲ ਸੀਗਾ, ਉਹ ਸਾਰੀ ਪੁਲਿਸ ਮਿਲ ਕੇ ਨਹੀਂ ਕਰ ਸਕੀ, ਸਾਰੇ ਸੂਬੇ ਦੀ 80-90 ਹਜ਼ਾਰ ਪੁਲਿਸ ਨਹੀਂ ਸੀ ਮਿਲ ਕੇ ਕਰ ਸਕੀ। ਲੋਕਾਂ ਨੇ ਜਦੋਂ ਆਪਣੇ ਹੱਥ, ਬਿਨਾਂ ਇੱਕ ਡੰਡਾ ਚੁੱਕਿਆ, ਬਿਨਾਂ ਕਿਸੇ ਨੂੰ ਥੱਪੜ ਮਾਰਿਆ, ਇੰਨੇ ਵਧੀਆ ਢੰਗ ਦੇ ਨਾਲ ਸਾਰਾ ਪੰਜਾਬ ਬੰਦ ਕਰਕੇ ਰੱਖਿਆ। ਮੈਨੂੰ ਲੱਗਦਾ ਪੰਜਾਬ, ਇਹ ਜਿਹੜੇ ਲੋਕ ਜਿਹੜੇ ਹੁਣ ਪਾਰਟਿਸਿਪੇਟ ਕੀਤੇ ਆ, ਪੰਜਾਬ ਗਵਰਨਮੈਂਟ ਨੂੰ ਉਹਨਾਂ ਨੂੰ ਪੂਰੇ ਦਾ ਪੂਰਾ ਰਜਿਸਟਰ ਕਰ ਲੈਣਾ ਚਾਹੀਦਾ। ਜਦੋਂ ਵੀ ਕਿਤੇ ਕੋਈ ਆਫਤਕਾਲੀਨ ਹਾਲਾਤ ਦੇ ਵਿੱਚ ਪੰਜਾਬ ਬੰਦ ਦੀ ਲੋੜ ਪਵੇ ਤੇ ਇਹਨਾਂ ਨੂੰ ਫੋਨ ਕਰਕੇ, ਸਾਰਿਆਂ ਨੂੰ ਮੈਸੇਜ ਕਰਕੇ ਇਹਨਾਂ ਤੋਂ ਬੰਦ ਕਰਵਾਉਣਾ ਚਾਹੀਦਾ। ਬਹੁਤ ਸੋਹਣਾ ਬੰਦ ਕਰਦੇ ਹੈਗੇ, ਜਿਹਦੇ ਵਿੱਚ ਕੋਈ ਕਲੈਸ਼ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਤੇ ਪੁਲਿਸ ਨੂੰ ਘਰੀ ਬਿਠਾਉਣਾ ਚਾਹੀਦਾ, ਕਿਉਂਕਿ ਉਹ ਫਾਲਤੂ ਦੇ ਡੰਡੇ ਵੀ ਮਾਰਦੇ ਆ, ਲੋਕਾਂ ਤੋਂ 4 ਪੈਸੇ ਬਟੋਰਨ ਦੀ ਵੀ ਕੋਸ਼ਿਸ਼ ਕਰਦੇ ਆ। ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੈ, ਪਰ ਜੋ ਉਹਨਾਂ ਦਾ ਜਨਰਲੀ ਕਿਰਦਾਰ ਆ ਉਹ ਇਹੋ ਜਿਹਾ ਕਿ ਬਹੁਤਾ ਚੰਗਾ ਨਹੀਂ ਹੈਗਾ। ਹਰਿਆਣੇ 'ਚ ਵੀ ਇਸੇ ਤਰ੍ਹਾਂ ਹੋਇਆ ਤੇ ਕੁਝ ਜਗ੍ਹਾ ਤੇ ਕਿਤੇ ਮਾੜਾ ਮੋਟਾ ਜਿਹਾ ਕਲੈਸ਼ਜ਼ ਵੀ ਹੋਏ ਆ, ਪਰ ਉਹ ਇਸ ਤਰ੍ਹਾਂ ਨਹੀਂ ਹੈ ਜਿਵੇਂ ਸਿੰਘੂ ਬਾਰਡਰ ਦੇ ਨੇੜੇ ਕੁਝ ਕਿਸੇ ਪਿੰਡ ਦੇ ਵਿੱਚ ਗਏ, ਮੁਜ਼ਾਹਰਾਕਾਰੀਆਂ ਨੇ ਮੁਜ਼ਾਹਰਾ ਕੀਤਾ। ਅਗਾਂਹ ਪਿੰਡ ਵਾਲਿਆਂ ਦੇ ਵਿੱਚ ਵੀ ਕੋਈ BJP ਦੇ ਲੋਕ ਹੋਣਗੇ, ਉਹਨਾਂ ਨੇ ਰਜਿਸਟ ਕਰਨ ਦੀ ਕੋਸ਼ਿਸ਼ ਗਈ ਤੇ ਗੁਰਨਾਮ ਸਿੰਘ ਚੜੂਨੀ ਉੱਥੇ ਗਏ, ਉਹਨਾਂ ਨੇ ਫਿਰ ਉਹਨੂੰ ਮਾਹੌਲ ਨੂੰ ਸ਼ਾਂਤ ਕੀਤਾ, ਪਰ ਕੋਈ ਇਸ ਤਰ੍ਹਾਂ ਦਾ ਬਹੁਤ ਲਫੜੇ ਵਾਲੀ ਗੱਲ ਨਹੀਂ ਹੋਈ। ਬਾਕੀ ਦੇਸ਼ ਦੇ ਬਾਕੀ ਹਿੱਸੇ ਦੇ ਵਿੱਚ ਵੀ ਜਿੱਥੇ ਤੇ ਇਲੈਕਸ਼ਨਾਂ ਉੱਥੇ ਤੇ ਥੋੜਾ ਜਿਹਾ ਮੁਸ਼ਕਲਾਤਾਂ ਸੀਗੀਆਂ, ਪਰ ਜਿੱਥੇ ਜਿੱਥੇ ਟ੍ਰੇਡ ਯੂਨੀਅਨਾਂ ਤਕੜੀਆਂ ਸੀਗੀਆਂ, ਜਿੱਥੇ ਜਿੱਥੇ ਬਾਕੀ ਇੰਝ ਕਹਿ ਲਓ ਤੁਸੀਂ ਕਿ ਮੂਵਮੈਂਟਸ, ਭਾਵੇਂ ਉਹ ਕਿਸਾਨਾਂ ਦੀ ਮੂਵਮੈਂਟ ਆ, ਭਾਵੇਂ ਉਹ ਟ੍ਰੇਡ ਯੂਨੀਅਨਾਂ ਜਿੱਥੇ ਤਕੜੀਆਂ ਹੈਗੀਆਂ, ਉੱਥੇ ਦਾ ਸਿੱਧਾ ਅਸਰ ਦੇਖਣ ਨੂੰ ਮਿਲਿਆ। ਓਵਰਆਲ ਮੈਂ ਇਹ ਕਹੂੰਗਾ ਕਿ ਬਹੁਤ ਹੀ ਜ਼ਿਆਦਾ ਕਾਮਯਾਬ ਤੇ ਇੰਪ੍ਰੈਸਿਵ ਸੀਗਾ। ਅਗਲਾ ਸਵਾਲ ਹੈ ਕਿ ਇਹਦਾ ਅਸਰ ਕੀ ਹੋਊਗਾ। ਦੇਖੋ, ਇਹ ਇੱਕ ਲੰਬੀ ਲੜਾਈ ਹੈਗੀ, ਲੰਬਾ ਜਿਹਾਦ ਹੈਗਾ। 3 ਮੰਗਾਂ ਔਰ ਜਿਹੜੀ MSP ਬਣਾਉਣੀ, 3 ਕਾਲੇ ਕਾਨੂੰਨ ਵਾਪਸ ਕਰਾਉਣੇ,
ਇਹ ਇੱਕ ਸਾਡੀ ਸ਼ੁਰੂਆਤੀ ਮੰਗ ਹੈਗੀ ਔਰ ਜਿਹਦੇ ਤੋਂ ਜਿਹਨੂੰ ਮਨਾਏ ਬਗੈਰ ਤੇ ਪਿੱਛੇ ਹਟਣਾ ਜਾਂ ਫੌਜਾਂ ਦਾ ਘਰ ਵਾਪਸ ਆਉਣਾ ਨਾਮੁਮਕਿਨ ਆ। ਉਹ ਤੇ ਇੱਕ ਸ਼ੁਰੂਆਤ, ਪਰ ਇਹ ਮਤ ਸਮਝੋ ਕਿ ਤਿੰਨੇ ਮੰਗਾਂ ਮੰਨਣ ਤੋਂ ਬਾਅਦ, ਜਿਹਦਾ ਮੋਦੀ ਨੂੰ ਵੀ ਪਤਾ, ਇਸੇ ਕਰਕੇ ਉਹ ਐਨ ਅੜਿਆ ਬੈਠਾ, ਜਿਸ ਤਰ੍ਹਾਂ ਅੜੀਅਲ ਟੱਟੂ ਹੁੰਦਾ ਹੈ, ਬਿਲਕੁਲ ਅੜੇ ਬੈਠੇ ਆ ਮੋਦੀ ਜੀ ਕਿ ਨਾ ਮੈਂ ਤੇ ਨਹੀਂ ਚੱਲਦਾ, ਮੈਂ ਤੇ ਨਹੀਂ ਮੰਨਦਾ, ਮੈਂ ਨਹੀਂ ਸੁਣਦਾ, ਮੈਂ ਨਹੀਂ ਗੱਲ ਕਰਦਾ। ਜਾਣੀ ਵਿੱਚ ਗੱਲ ਕਹਿ ਵੀ ਦਿੰਦੇ ਆ ਕਿ ਮੈਨੂੰ ਫੋਨ ਕਰੋ ਤੇ ਮੈਂ ਫੜ ਦੇਣੀ ਤਿਆਰ ਹੋ ਜਾਊਗਾ। ਫੋਨ ਫਾਨ ਨੰਬਰ ਕਿਸੇ ਨੂੰ ਦਿੱਤਾ ਨਹੀਂ ਹੈਗਾ ਅਜੇ ਤੱਕ, ਫੋਨ ਦੀ ਦੂਰੀ ਤੇ ਕਹਿੰਦੇ। ਇਸ ਲਈ ਉਹ ਅਜੇ ਤੇ ਜਾਂ ਤੇ ਡਰ ਗਏ ਹੋਏ ਆ ਤਾਂ ਨਹੀਂ ਗੱਲ ਕਰਦੇ, ਜਾਂ ਘਮੰਡ ਬਹੁਤ ਸਿਰ ਤੇ ਚੜਿਆ ਆ ਕਿ ਇਹਨਾਂ ਨੂੰ ਮੈਂ ਕੀ ਸਮਝਦਾ, ਦੇਖੀ ਜਾਓ ਬੈਠੇ ਰਹਿਣ, ਜਾਂ ਇਸ ਕਰਕੇ ਨਹੀਂ ਕਰ ਰਹੇ। ਪਰ ਜਿਹੜੀ ਧਰਾਤਲ ਤੇ ਚੇਂਜਸ, ਤਬਦੀਲੀਆਂ ਆ ਰਹੀਆਂ ਲੋਕਾਂ ਦੇ ਵਿੱਚ, ਆ ਰਹੀਆਂ, ਇੱਕ ਨਵੀਂ ਚੇਤਨਾ, ਇੱਕ ਨਵੀਂ ਕਤਾਰਬੰਦੀ, ਇੱਕ ਨਵੀਂ ਵਿਉਂਤਬੰਦੀ, ਲੋਕਾਂ ਦੀ ਰਾਜਨੀਤਿਕ ਐਜੂਕੇਸ਼ਨ ਜਿਹੜੀ ਆ ਉਹ ਇੰਨੀ ਹੋ ਰਹੀ ਹੈ। ਅੱਜ ਮੈਂ ਦੇਖ ਰਿਹਾ ਸੀਗਾ ਜਿੱਥੇ ਵੀ ਅਸੀਂ ਬੰਦ ਤੇ ਗਏ, ਅੱਗੇ ਵੀ ਮੈਂ ਕਈ ਵਾਰੀ ਗੱਲ ਇਹ ਨੋਟਿਸ ਕੀਤੀ ਹੈ, 10-10 ਸਾਲ ਦੀਆਂ ਬੱਚੀਆਂ ਭਾਸ਼ਣ ਦੇ ਰਹੀਆਂ, ਨਾਰੇ ਲਾ ਰਹੀਆਂ, 14-14, 15-15 ਸਾਲ ਦੀਆਂ ਬੱਚੀਆਂ ਸਾਡੇ ਨਾਲੋਂ ਵਧੀਆ ਪ੍ਰੋਬਲਮ ਨੂੰ ਸਮਝਦੀਆਂ ਵੀਆਂ, ਭਾਸ਼ਣ ਦੇ ਰਹੀਆਂ, ਆਰਗੇਨਾਈਜ਼ ਕਰ ਰਹੀਆਂ, ਲੋਕਾਂ ਨੂੰ ਸਮਝਾ ਰਹੀਆਂ। ਇਹ ਜਿਹੜੀ ਸਾਡੀ ਯੂਥ ਦੇ ਵਿੱਚ ਇੱਕ ਨਵੀਂ ਚੇਤਨਾ ਆਈ ਔਰ ਉਹਨਾਂ 'ਚ ਜ਼ਿੰਮੇਵਾਰੀ ਆਈ ਆ ਕਿ ਦੇਸ਼ ਪ੍ਰਤੀ, ਕਿਸਾਨ ਪ੍ਰਤੀ, ਮਜ਼ਦੂਰ ਪ੍ਰਤੀ, ਮਹੱਲੇ ਤੇ ਪਰਿਵਾਰ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਕੀ ਹੈ। ਇਸ ਦੇ ਬਹੁਤ ਦੂਰ ਅੰਗਾਮੀ ਸਿੱਟੇ ਨਿਕਲਣਗੇ। ਇਸੇ ਕਰਕੇ ਕੋਈ ਬੰਦ ਕਰਨ ਵਾਲੀ ਗੱਲ ਨਹੀਂ ਹੈ ਕਿ ਚੀਜ਼ਾਂ ਬੰਦ ਕਰ ਦੇਣੀਆਂ। ਹੁਣ ਦੇਖਣ ਦੇ ਮੈਂ ਛੋਟੀਆਂ ਗੱਲਾਂ ਦੱਸਦਾ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਸੀ, ਕਿਸੇ ਨੇ ਕੋਈ ਨਹੀਂ ਰੋਕਿਆ। ਦੂਜਾ, ਜਿਹਦਾ ਵੀ ਇਹ ਸਾਡੇ ਜਿਸ ਤਰ੍ਹਾਂ ਲੋਕਾਂ ਦੀ ਚਲਾਕੀ ਵਾਲੀ ਗੱਲ ਆ, ਬਈ ਮੇਰਾ ਬੰਦਾ ਬਿਮਾਰ ਹੈ ਮੈਨੂੰ ਅੱਗੇ ਲੱਗਣ ਦਿਓ, ਕਈ ਝੂਠੇ ਐਵੇਂ ਇਧਰ ਉਧਰ ਕਾਰਡ ਦੀ ਫੋਟੋਕਾਪੀ ਵੀ ਲੈ ਕੇ ਆ ਗਏ। ਕਈਆਂ ਨੂੰ ਅਸੀਂ ਜਿਹੜੇ ਜਾਨਦਾਰ ਰੋਂਦੇ ਪਿੱਟਦੇ ਸੀ, ਇੱਕ ਅੱਧੇ ਨੂੰ ਜਾਣ ਵੀ ਦਿੱਤਾ। ਜ਼ਿਆਦਾਤਰ ਅਸੀਂ ਕਿਹਾ ਵੀ ਹੁਣ ਤੁਹਾਨੂੰ ਜ਼ਿਆਦਾ ਇੰਨੇ ਦਿਨ ਦਾ ਅਸੀਂ ਢੋਲ ਵਜਾਈ ਜਾਂਦੇ ਕਿ ਬੰਦ ਦਾ ਮਤਲਬ ਬੰਦ, ਤੁਹਾਡੀ ਦਾਦਾਗਿਰੀ ਨਹੀਂ ਚੱਲੂ। ਕਈ ਜਗ੍ਹਾ ਤੂੰ ਮੈਂ ਹੋ ਗਈ। ਇੱਕ ਨੇ ਕਹਿਤਾ ਕੁਛ ਗਾਲ, ਜਾਤੀਗਤ ਗਾਲ ਵੀ ਕੱਢਤੀ, ਕਿਸੇ ਨੂੰ ਗਾਲ ਕੱਢਤੀ, ਜਾਣੀ ਜਾਤੀਗਤ ਸ਼ਬਦ ਵਰਤ ਕੇ ਕੁਝ ਗੁੱਸਾ ਕੀਤਾ। ਉਹਦਾ ਸ਼ਹਿਰੀ ਉੱਥੇ ਸਿਆਪਾ ਪੈ ਗਿਆ। ਸਾਡੇ ਵਾਲੇ ਇੱਕ ਜਗ੍ਹਾ ਦੇ ਉੱਤੇ ਸਿਆਪਾ ਪੈ ਗਿਆ। ਉਹ ਜਿਹੜੇ ਦਲਿਤ ਪਾਈ ਜਾ ਰਹੇ ਸੀ ਉਹਨਾਂ ਨੇ ਕਿਹਾ ਤੂੰ, ਉਹ ਕੁੜੀ ਸੀਗੀ ਮਤਲਬ ਹੈ ਨਾ, ਯੰਗ ਕੁੜੀ ਸੀਗੀ, ਤੇ ਉਹਨੇ ਇੰਜ ਗੁੱਸੇ 'ਚ ਕਹਿਤਾ। ਦਾਦਾਗਿਰੀ ਲੋਕਾਂ 'ਚ ਬਹੁਤ ਆ ਨਾ, ਮਿਡਲ ਕਲਾਸ ਦੇ ਵਿੱਚ ਐਰੋਗੈਂਸ ਬਹੁਤ ਆ। ਤੇ ਅਸੀਂ ਉਹਨੂੰ ਕਿਹਾ, ਉਹ ਕੁੜੀਏ ਤੈਨੂੰ ਤੇ ਫਟ ਦੇਣੀ ਜੇਲ੍ਹ ਹੋ ਸਕਦੀ ਆ। ਮੈਂ ਵਿੱਚੇ ਪਿਆ, ਮੈਂ ਕਿਹਾ ਇਹ ਤੇ ਬਹੁਤ ਕਲੈਸ਼ ਹੋਏਦਾ। ਇੱਕ ਪਾਸੇ ਦਲਿਤ ਭਾਈਚਾਰਾ, ਇੱਕ ਪਾਸੇ ਲੜਕੀ ਆ, ਦੋਵਾਂ ਦਾ ਤੇ ਕੰਮ ਦੋਵੇਂ ਹੀ ਸੈਂਸਿਟਿਵ ਆ, ਦੋਵੇਂ ਹੀ ਐਕਸਪਲੋਸਿਵ ਚੀਜ਼ਾਂ ਆ। ਜੇ ਕੁੜੀ ਨੂੰ ਕਿਸੇ ਨੇ ਚਪੇੜ ਮਾਰਤੀ ਤਾਂ ਵੀ ਕੇਸ ਮਹਿੰਗਾ ਪੈਣਾ ਹੈ, ਕਿਉਂਕਿ ਫਿਰ ਵੂਮਨ ਕਮਿਸ਼ਨ 'ਚ ਗੱਲ ਜਾਊਗੀ। ਜੇ ਐਸਸੀ ਨੂੰ ਗਾਲ ਕੱਢੀ ਆ ਤੇ ਐਸਸੀ ਕਮਿਸ਼ਨ 'ਚ ਗੱਲ ਜਾਊਗੀ, ਉਹ ਵੀ ਮਹਿੰਗੀ ਪਊਗੀ। ਬੜੀ ਮੁਸ਼ਕਿਲ ਨਾਲ ਅਸੀਂ ਉਹ ਛਡਾਇਆ ਔਰ ਕੁੜੀ ਨੂੰ ਕਿਹਾ ਕਿ ਤੂੰ ਜਿਹੜੀ ਇਹ ਸ਼ਬਦ ਵਰਤੇ ਆ, ਇਹ ਇੰਨੀ ਮਾੜੀ ਗੱਲ ਆ ਕਿ ਤੈਨੂੰ ਇਹਦੀ ਕਾਨੂੰਨਨ ਇੰਪਲੀਕੇਸ਼ਨ ਦਾ ਨਹੀਂ ਪਤਾ। ਮੈਂ ਕਿਉਂ ਤੁਹਾਨੂੰ ਦੱਸ ਰਿਹਾ ਤਾਂ ਕਿ ਬਾਕੀ ਸਾਡਾ ਭਾਈਚਾਰਾ ਵੀ ਸੁਣ ਲੇ ਵੀ ਜਾਤੀਗਤ ਨਫ਼ਰਤ ਵਾਲੇ ਸ਼ਬਦ ਨਹੀਂ ਵਰਤਣੇ। ਉਹਨੇ ਐਉਂ ਕੰਨਾਂ ਨੂੰ ਹੱਥ ਫੜ ਕੇ ਤੋਬਾ ਕਰਕੇ ਮਾਫੀ ਮੰਗ ਕੇ ਆਪਣੀ ਗੱਡੀ 'ਚ ਵਾਪਸ ਚਲੀ ਗਈ। ਮਤਲਬ ਜਦੋਂ ਹੁਣ ਕਿਹੜੇ ਪੰਜਾਬ ਦੇ ਵਿੱਚ ਕਿੱਥੇ ਕੀ ਕੁਝ ਹੋਏ ਹੋਣਗੇ, ਮੈਂ ਜੋ ਆਪਣੇ ਤੌਰ ਤੇ ਉੱਥੇ ਸਾਰਾ ਵੇਖਿਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਪਰ ਸਾਨੂੰ ਜਲੰਧਰ ਦੀਆਂ, ਅੰਮ੍ਰਿਤਸਰ ਦੀਆਂ ਤੇ ਲੁਧਿਆਣੇ ਦੀਆਂ ਖਬਰਾਂ, ਹੋਰ ਜਗ੍ਹਾ ਦੀਆਂ ਖਬਰਾਂ ਮੈਂ ਟੀਵੀਆਂ ਤੇ ਵੀ ਦੇਖੀਆਂ, ਸੁਣ ਰਿਹਾ ਸੀਗਾ ਕਿ ਬਹੁਤ ਹੀ ਜ਼ਿਆਦਾ ਬੰਦ ਜਿਹੜਾ ਕਾਮਯਾਬ ਸੀਗਾ, ਇੰਜ ਕਾਮਯਾਬ ਸੀ ਜਿਵੇਂ ਰੀਅਲ ਸੈਂਸ ਦੇ ਵਿੱਚ ਦਫਾ 44 ਸਾਰੀ ਜਗ੍ਹਾ। ਹਾਂਜੀ ਸ਼ੈਰੀ ਜੀ। ਪ੍ਰੋਫੈਸਰ ਸਾਹਿਬ, ਅਸੀਂ ਚਲੋ ਪੰਜਾਬ ਦੇ ਤੁਸੀਂ ਸੂਬਿਆਂ ਦੀ ਗੱਲ ਕੀਤੀ ਹੈ, ਹਰਿਆਣਾ ਦੀ ਗੱਲ ਕੀਤੀ ਹੈ, ਮਾਡਰਨ ਸਿਟੀਜ਼ ਕਈ ਅਜਿਹੇ ਸੂਬੇ ਸੀਗੇ ਜਿਹੜੇ ਬਹੁਤ ਮਾਡਰਨ ਨੇ, ਜਿੱਥੇ ਲੱਗਦਾ ਸੀ ਵੀ ਬੰਦ ਦੀ ਸ਼ਾਇਦ ਕਾਲ ਦਾ ਅਸਰ ਇੱਥੇ ਨਹੀਂ ਹੋਏਗਾ, ਉੱਥੇ ਵੀ ਬੰਦ ਦੀ ਕਾਲ ਦਾ ਅਸਰ ਸਿੱਧੇ ਤੌਰ ਦੇ ਉੱਤੇ ਪੈਂਦਾ ਦਿਖਾਈ ਦਿੱਤਾ। ਛੋਟੀ ਜਿਹੀ ਐਗਜ਼ਾਮਪਲ ਹੈ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਤਾਂ, ਔਰ ਇਹਨਾਂ ਮਾਡਰਨ ਸਿਟੀ ਦੇ ਵਿੱਚ ਜਿਵੇਂ ਪੂਰੇ ਤਰੀਕੇ ਨਾਲ ਬੰਦ ਰਿਹਾ, ਲੋਕਾਂ ਨੇ ਸਮਰਥਨ ਦਿੱਤਾ, ਕਿਉਂਕਿ ਇਹ ਲੋਕ ਪਹਿਲਾਂ ਸ਼ਾਇਦ ਇਹਨਾਂ ਬਿੱਲਾਂ ਨੂੰ ਸਮਝਣ ਦੀ ਬਜਾਏ ਇਹ ਸਮਝ ਰਹੇ ਸੀਗੇ ਵੀ ਸ਼ਾਇਦ ਇਹ ਬਿੱਲ ਸਿਰਫ ਇੱਕ ਤਬਕੇ ਨਾਲ ਜੁੜੇ ਨੇ ਜਾਂ ਫਿਰ ਪੇਂਡੂ ਖੇਤਰਾਂ ਦੇ ਨਾਲ ਜੁੜੇ ਬਿੱਲ ਨੇ। ਪਰ ਇਹ ਬੜੀ ਵੱਡੀ ਗੱਲ ਹੈ ਵੀ ਹੁਣ ਲੋਕ ਸਮਝ ਰਹੇ ਨੇ ਕਿ ਇਹ ਬਿੱਲ ਸਿਰਫ ਪੇਂਡੂ ਖੇਤਰ ਦੇ ਲੋਕਾਂ ਨਾਲ ਜੁੜੇ ਨਹੀਂ, ਕਿਸਾਨਾਂ ਨਾਲ ਜੁੜੇ ਨਹੀਂ, ਬਲਕਿ ਪੂਰੇ ਆਵਾਮ ਦੇ ਲਈ ਹੈ, ਸਾਰੇ ਲੋਕਾਂ ਦੇ ਲਈ ਹੈ। ਔਰ ਇਸੇ ਲਈ ਲੋਕਾਂ ਨੇ ਵੱਧ ਚੜ ਕੇ ਹੁੰਗਾਰਾ ਦਿੱਤਾ। ਇਸ ਬਦਲਾਅ ਨੂੰ ਕਿਵੇਂ ਦੇਖਿਆ ਜਾਏ? ਦੇਖੋ, ਇਹ ਤੇ ਮੈਂ ਬੜੀ ਵਾਰੀ ਕਿਹਾ ਹੈ ਕਿ ਸਾਡਾ ਜਿਹੜਾ ਚੰਡੀਗੜ੍ਹ ਸੋ ਕਾਲਡ ਮਾਡਰਨ ਸ਼ਹਿਰ ਹੈ, ਫ੍ਰੈਂਚ ਆਰਕੀਟੈਕਟ ਜਿਹੜਾ ਲੇ ਕਾਬੂਜ਼ੀਏ ਉਹਨੇ ਡਿਜ਼ਾਈਨ ਕੀਤਾ ਸੀਗਾ। ਉਸੇ ਤਰੀਕੇ ਦੇ ਉਮੀਦ ਕੀਤੀ ਜਾਂਦੀ ਸੀ ਕਿ ਲੋਕ ਇੱਥੇ ਫਰਾਂਸੀ, ਪੈਰਿਸ ਦੀਆਂ ਲੜਕੇ ਲੜਕੀਆਂ ਵਾਂਗੂ ਘੁੰਮਣਗੇ। ਇਹੋ ਜਿਹਾ ਹੀ ਤਾਂ ਹੀ ਕਿਉਂਕਿ ਆਰਕੀਟੈਕਟ ਉਸੇ ਡਿਜ਼ਾਈਨ 'ਚ ਜਦੋਂ ਕੀਤਾ ਕਿ ਉਸੇ ਤਰੀਕੇ ਦੇ ਪੈਰਿਸ ਦਾ ਕਲਚਰ ਵੀ ਇੱਥੇ ਆ ਜਾਊਗਾ। ਪਰ ਜੋ ਅਸੀਂ ਪੇਂਡੂ ਲੋਕਾਂ ਨੇ ਅਨੁਭਵ ਕੀਤਾ ਵੀ ਇਹ ਤਾਂ ਸ਼ਹਿਰ ਹੀ ਪੱਥਰਾਂ ਦਾ,
ਇੱਕ ਉੱਥੇ ਵੈਸੇ ਵੀ ਰੌਕ ਗਾਰਡਨ ਬਣਾਤਾ, ਰਹਿੰਦੀ ਕਸਰ ਉਹਨੇ ਪੂਰੀ ਕਰਤੀ। ਚਲੋ ਉਂਝ ਵੈਸੇ ਤੇ ਰੋਜ਼ ਗਾਰਡਨ ਵੀ ਹੈਗਾ, ਪਰ ਰੌਕ ਗਾਰਡਨ ਦਾ ਵੀ ਦੱਸ ਕੋਈ ਗਾਰਡਨ ਹੁੰਦਾ ਰੌਕ ਦਾ, ਮਤਲਬ ਇਹ ਕੰਟਰਾਡਿਕਸ਼ਨ ਇਨ ਟਰਮਸ ਨਹੀਂ ਹੈ ਕਿ ਪ੍ਰੋਫੈਸਰ ਸਾਹਿਬ ਮਾਡਰਨ ਸਿਟੀ, ਪ੍ਰੋਫੈਸਰ ਸਾਹਿਬ ਮਾਡਰਨ ਲੋਕਾਂ ਨੂੰ ਦੇਖਦੇ ਹੋਏ ਉਹ ਸਾਰੀਆਂ ਚੀਜ਼ਾਂ ਬਣਾਈਆਂ ਗਈਆਂ। ਤੁਸੀਂ ਸੋਚੋ, ਮੈਂ ਖੁਦ ਚੰਡੀਗੜ੍ਹ ਦੇ ਵਿੱਚ ਰਹੀ ਹਾਂ, ਮੈਂ ਉੱਥੇ ਹੀ ਨੌਕਰੀ ਕਰਦੀ ਰਹੀ ਹਾਂ, ਔਰ ਮਤਲਬ ਉਹ ਸਾਰੀਆਂ ਜਗ੍ਹਾਵਾਂ ਇੱਕ ਕਹਿੰਦੇ ਨਾ ਕਿ ਸਟੂਡੈਂਟਸ ਨੂੰ ਦੇਖ ਕੇ ਵੀ ਲੋਕੀ ਇੰਜੋਏ ਕਰ ਸਕਣ, ਜਿੱਥੇ ਬਹਿਣ ਨੂੰ ਦਿਲ ਕਰੇ ਉੱਥੇ ਬਹਿ ਸਕਣ। ਆਹੋ ਜਿਹੜੀ ਇੰਡਸਟਰੀ ਵੇਸਟ ਦਾ ਟੁੱਟੀਆਂ ਭੱਜੀਆਂ ਚੀਜ਼ਾਂ ਦਾ ਜਿਹੜਾ ਰੌਕ ਗਾਰਡਨ 'ਚ ਲਿਆ ਕੇ ਗਲੋਰੀਫਿਕੇਸ਼ਨ ਕਰਤਾ ਵੀ ਜਿਹੜੀ ਇੰਡਸਟਰੀ ਹੈ ਉਹਦਾ ਪ੍ਰੋਡਕਟ ਤੇ ਹੈ ਹੀ ਆ ਬੜਾ ਪਿਆਰਾ, ਹਰ ਕੋਈ ਉਹਦੇ ਭੇਜਦੇ, ਜਿਹੜੀ ਉਹਦੀ ਵੇਸਟ ਆ ਜਾਨੀ ਇੰਡਸਟਰੀ ਦੀ ਉਸ ਨੂੰ ਵੀ ਤੁਸੀਂ ਇੰਨਾ ਡੈਕੋਰੇਟ ਕਰਤਾ, ਗਲੋਰੀਫਾਈ ਕਰਤਾ, ਟੁੱਟੀਆਂ ਭੱਜੇ ਜਿਹੜੀਆਂ ਟਾਇਲਟ ਵਾਲੀਆਂ ਸੀਟਸ ਹੁੰਦੀਆਂ ਉਹ ਵੀ ਉੱਥੇ ਜਾ ਕੇ ਲਾਤੀਆਂ ਹੈ ਨਾ। ਤੇ ਇਹ ਕੋਈ ਚੂੜੀਆਂ ਤੇ ਚਲੋ ਲਾਤੀਆਂ ਫਿਰ ਵੀ ਠੀਕ ਹੈ, ਚਮਕਦਾਰ ਰੰਗ ਬਰੰਗੀਆਂ ਹੁੰਦੀਆਂ, ਪਰ ਕਿਹੜੀ ਚੀਜ਼ ਜਿਹੜੀ ਟੁੱਟੀ ਭੱਜੀ ਉੱਥੇ ਨਹੀਂ, ਬਿਜਲੀ ਦੇ ਸਵਿਚ ਲਾਤੇ, ਆਹ ਲਾਤਾ ਉਹ ਲਾਤਾ। ਤੁਹਾਡੀ ਗੱਲ ਸੁਣ, ਤੁਹਾਡੀ ਗੱਲ ਹਾਂਜੀ, ਤੁਹਾਡੀ ਗੱਲ ਸੁਣ ਕੇ ਦੇਖ ਲਓ ਕਾਲਰ ਵੀ ਨਾਲ ਜੁੜਨੇ ਸ਼ੁਰੂ ਹੋ ਗਏ। ਇੱਕ ਪ੍ਰੋਫੈਸਰ ਸਾਹਿਬ ਆਪਾਂ ਕਾਲ ਵੀ ਲੈ ਲਈਏ, ਇੱਕ ਕਾਲ ਲੈ ਲਈਏ, ਫਿਰ ਆਪਾਂ ਅੱਗੇ ਗੱਲ ਨੂੰ ਕੰਟੀਨਿਊ ਵੀ ਕਰਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਜਸਪਾਲ ਸਿੰਘ ਬੋਲ ਰਿਹਾ ਜੀ, ਇੱਥੋਂ ਜਲਟਾ ਤੋਂ। ਜੀ ਜਸਪਾਲ ਜੀ, ਬਿਲਕੁਲ ਤੁਸੀਂ ਰੂਟੀਨ ਚ ਕਾਲ ਕਰਦੇ ਹੋ, ਤੁਹਾਡੀ ਪਹਿਲੀ ਕਾਲ ਆਉਂਦੀ ਹੈ ਸਾਨੂੰ ਜੀ। ਪ੍ਰੋਫੈਸਰ ਜੁੜੇ ਹੋਏ ਨੇ, ਦੱਸੋ ਭਾਰਤ ਬੰਦ ਕਾਲ ਤੇ ਗੱਲ ਕਰੋਗੇ ਜਾਂ ਕਿਹੜੇ ਟੌਪਿਕ ਤੇ ਗੱਲ ਕਰੋਗੇ? ਮੈਂ ਇੱਕ ਭਾਰਤ ਬੰਦ ਦੀ ਕਾਲ ਉਹਦੇ ਬਾਰੇ ਵੀ ਕੁਝ ਕਹੂੰਗਾ ਤੇ ਇੱਕ ਪ੍ਰੋਫੈਸਰ ਮਨਜੀਤ ਸਿੰਘ ਨੂੰ ਪਰਸਨਲ ਕੁਐਸਚਨ ਪੁੱਛਣਾ ਮੈਂ। ਜੀ ਪੁੱਛ ਸਕਦੇ ਹੋ ਜੀ, ਥੋੜਾ ਜਿਹਾ ਜਲਦੀ ਪੁੱਛ ਲਓ। ਹਾਂਜੀ ਹਾਂਜੀ, ਇੱਕ ਭਾਰਤ ਬੰਦ ਬਾਰੇ ਤਾਂ ਠੀਕ ਹੈ, ਭਾਰਤ ਬੰਦ ਹੋਇਆ ਬਹੁਤ ਬਹੁਤ ਚੰਗੀ ਗੱਲ ਆ, ਪਰ ਸਵੇਰੇ ਇੱਕ ਨਿੱਜੀ ਚੈਨਲ ਤੇ ਇੱਕ ਬੀਜੇਪੀ ਵਾਲਾ ਬੁਲਾਰਾ ਬੋਲ ਰਿਹਾ ਸੀ, ਉਹ ਕਹਿੰਦਾ ਭਾਰਤ ਬੰਦ ਦਾ ਕੋਈ ਅਸਰ ਨਹੀਂ ਹੈ ਤੇ ਇਦਾਂ ਦੇ ਹੋਰ ਜਿੰਨੇ ਮਰਜ਼ੀ ਕਰਕੇ ਦੇਖ ਲੈਣ, ਕਾਨੂੰਨ ਰੱਦ ਨਹੀਂ ਹੋਣੇ। ਤੇ ਹੁਣ ਇਹ ਤਾਂ ਪਤਾ ਲੱਗਦਾ ਵੀ ਸ਼ਾਇਦ ਮੋਦੀ ਹੁਣਾਂ ਨੂੰ ਇਹਨਾਂ ਦੀ ਗੱਲ ਦਾ ਕੋਈ ਅਸਰ ਨਹੀਂ ਹੈ। ਤੇ ਇਹ ਤੋਂ ਬਾਅਦ ਮੈਂ ਫਿਰ ਕੀ ਚਾਰਾ ਰਹਿ ਗਿਆ, ਹੋਰ ਕੀ ਚਾਰਾ ਰਹਿ ਗਿਆ ਲੋਕਾਂ ਆਪਣੇ ਕਿਸਾਨਾਂ ਲਈ, ਤੇ ਹੋਰ ਕੀ ਐਕਸ਼ਨ ਇਹਨਾਂ ਨੂੰ ਲੈਣਾ ਚਾਹੀਦਾ? ਜੀ ਇਹ ਕਾਫੀ ਲੰਮਾ ਅੰਦੋਲਨ ਜਾ ਰਿਹਾ, ਪਰ ਲੋਕ ਫਰਸਟ੍ਰੇਟ ਹੋਣ ਦਾ ਖਤਰਾ ਵੀ ਆ, ਕਿਉਂਕਿ ਲੋਕ ਫਰਸਟ੍ਰੇਟ ਵੀ ਹੋ ਜਾਂਦੇ ਹੁੰਦੇ ਇੰਨੇ ਲੰਬੇ ਅੰਦੋਲਨ ਵਿੱਚ। ਤੇ ਇੱਕ ਮੈਂ ਪਰਸਨਲ ਕੁਐਸਚਨ ਪੁੱਛਣਾ ਚਾਹੁੰਦਾ ਪ੍ਰੋਫੈਸਰ ਮਨਜੀਤ ਸਿੰਘ ਨੂੰ, ਜੇ ਮਾਈਂਡ ਨਾ ਕਰਨ ਜੀ। ਵੈਸੇ ਤੁਸੀਂ ਸਰ ਮੁੱਦੇ ਰਿਗਾਰਡਿੰਗ ਕੁਝ ਪੁੱਛਣਾ ਚਾਹੁੰਦੇ ਹੋ ਤੇ ਮੁੱਦੇ ਰਿਗਾਰਡਿੰਗ ਹੀ ਗੱਲ ਕਰਨਾ, ਕਿਉਂਕਿ ਅਸੀਂ ਇਸ ਟਾਈਮ ਟੌਪਿਕ ਤੇ ਗੱਲ ਕਰ ਰਹੇ ਹਾਂ, ਤੁਸੀਂ ਉਹਦੇ ਰਿਗਾਰਡਿੰਗ ਪੁੱਛ ਸਕਦੇ ਹੋ। ਮੈਂ ਕੁਐਸਚਨ ਪੁੱਛ ਸਕਦਾ ਕਿ ਨਹੀਂ? ਜੀ ਸਰ, ਤੁਸੀਂ ਮੁੱਦੇ ਤੇ ਹੀ ਗੱਲ ਕਰਨੀ ਹੈ। ਜੇ ਤੁਸੀਂ ਪਰਸਨਲ ਕਿਹਾ ਤੇ ਪਰਸਨਲ ਮੈਨੂੰ ਪਤਾ ਨਹੀਂ ਕੀ ਪੁੱਛਣਾ ਤੁਸੀਂ, ਪਰ ਜੇ ਮੁੱਦੇ ਤੇ ਗੱਲ ਕਰਨੀ ਹੈ ਤੇ ਕਰ ਲਿਓ। ਬਹੁਤਾ ਪਰਸਨਲ ਨਹੀਂ ਜੀ ਹੈ ਜੀ। ਮੈਂ ਪ੍ਰੋਫੈਸਰ ਮਨਜੀਤ ਨੂੰ ਪੁੱਛਣਾ ਚਾਹੁੰਦਾ ਵੀ ਕੱਲ ਵੀ ਮੈਂ ਉਹਨੂੰ ਕਾਲ ਕਰਨੀ ਚਾਹੁੰਦਾ ਸੀ ਜੀ, ਚੇਤਾ ਭੁੱਲ ਗਿਆ। ਤੇ ਜਦ ਪ੍ਰੋਫੈਸਰ ਕਰਪਸ਼ਨ ਦੀ ਗੱਲ ਹੁੰਦੀ ਹੈ, ਪ੍ਰੋਫੈਸਰ ਮਨਜੀਤ ਸਿੰਘ ਕੇਜਰੀਵਾਲ ਬਾਰੇ ਦੀ ਬਹੁਤ ਆਲੋਚਨਾ ਕਰਦੇ ਆ। ਮੈਨੂੰ ਸਮਝ ਨਹੀਂ ਆਉਂਦੀ, ਜੇ ਕੇਜਰੀਵਾਲ ਬਾਕੀਆਂ ਨਾਲੋਂ ਤਾਂ ਚੰਗਾ ਹੀ ਹੈ ਨਾ, ਤੇ ਤੁਸੀਂ ਉਹਦੀ ਆਲੋਚਨਾ ਕਿਉਂ ਕਰਦੇ ਆ? ਫਿਰ ਤੁਸੀਂ ਬਾਕੀ ਦੀ ਆਲੋਚਨਾ ਕਿਉਂ ਨਹੀਂ ਕਰਦੇ? ਫਿਰ ਜੇ ਆਲੋਚਨਾ ਕਰਨੀ ਹੈ ਤਾਂ ਫਿਰ ਕੈਪਟਨ ਦੀ ਵੀ ਕਰੋ, ਬਾਦਲਾਂ ਦੀ। ਸਰ ਤੁਸੀਂ ਸਰ ਮੈਨੂੰ ਲੱਗਿਆ ਸੀ ਤੁਸੀਂ ਸ਼ੋਅ ਡੇਲੀ ਸਾਡਾ ਸੁਣਦੇ ਹੋ, ਪਰ ਜੇ ਤੁਸੀਂ ਡੇਲੀ ਸੁਣਦੇ ਹੋ ਤਾਂ ਤੁਹਾਨੂੰ ਪਤਾ ਹੋਏਗਾ ਵੀ ਜਿਹੜੇ ਮੁੱਦੇ ਤੇ ਤੁਸੀਂ ਗੱਲ ਕਰਨੀ, ਉੱਥੇ ਕੈਪਟਨ ਸਰਕਾਰ ਦੀ ਗੱਲ ਵੀ ਹੁੰਦੀ ਹੈ, ਉੱਥੇ ਪੰਜਾਬ ਸਰਕਾਰ ਦੀ ਗੱਲ ਵੀ ਹੁੰਦੀ, ਉੱਥੇ ਆਪ ਪਾਰਟੀ ਦੀ ਵੀ, ਸਾਰੀਆਂ ਪਾਰਟੀਆਂ ਦੀ ਆਪਾਂ ਗੱਲ ਕਰੀਦੀ ਹੈ। ਸੋ ਸ਼ਾਇਦ ਤੁਸੀਂ ਡੇਲੀ ਸ਼ੋਅ ਨਹੀਂ ਸੁਣਦੇ, ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਹੈ, ਅਸੀਂ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਪ੍ਰੋਫੈਸਰ ਸਾਹਿਬ ਜਿਹੜੇ ਚਲੋ ਕਾਲਰ, ਹਾਂਜੀ ਸਵਾਲ ਤੋਂ ਸ਼ਹਿਰੀ ਮੈਂ ਲਾਸਟ ਸਵਾਲ, ਮੈਂ ਸਾਰਾ ਸਵਾਲ ਸੁਣ ਲਿਆ, ਮੈਂ ਲਾਸਟ ਤੋਂ ਪਹਿਲਾਂ ਸ਼ੁਰੂ ਕਰਦਾ, ਬਾਕੀ ਗੱਲਾਂ ਬਾਅਦ ਚ ਕਰਦੇ। ਉਹ ਵੀ ਉਹਨਾਂ ਦੇ ਇੰਪੋਰਟੈਂਟ ਸਵਾਲ ਹੈ, ਦੋਵੇਂ ਤਿੰਨੇ ਇੰਪੋਰਟੈਂਟ ਸਵਾਲ ਹੈ। ਕੇਜਰੀਵਾਲ ਨਾਲ ਕੋਈ ਸਾਡੀ ਨਿੱਜੀ ਦੁਸ਼ਮਣੀ ਨਹੀਂ ਹੈ। ਅੰਨਾ ਹਜ਼ਾਰੇ ਨੂੰ ਅੱਗੇ ਲਿਆ ਕੇ ਇੱਕ RSS ਦੇ ਤੌਰ ਤੇ ਇੱਕ ਉਹਨਾਂ ਨੇ ਇੰਡੀਆ ਅਗੇਂਸਟ ਕਰਪਸ਼ਨ ਪਲੇਟਫਾਰਮ ਖੜਾ ਕੀਤਾ ਸੀ, ਜਿਨਨੇ ਮੁਹਿੰਮ ਚਲਾਈ ਦਿੱਲੀ ਦੇ ਅੰਦਰ, ਤੇ ਅੰਨਾ ਹਜ਼ਾਰੇ ਨੂੰ ਅੱਗੇ ਕੀਤਾ। ਉਸ RSS ਦੇ ਲੰਬੇ ਚੌੜੇ ਡਿਜ਼ਾਈਨ ਵਿੱਚੋਂ ਕੇਜਰੀਵਾਲ ਜੀ ਵੀ ਬਾਹਰ ਅੱਗੇ ਆ ਕੇ ਆਏ। ਜਿਹੜੇ ਨੌਨ RSS ਸਪੋਰਟਰ ਟਾਈਪ ਬੰਦੇ, ਜਿਹੜੇ RSS ਦੇ ਕ੍ਰਿਟਿਕ ਸੀਗੇ, ਉਹ ਵੀ ਉਸ ਪਾਰਟੀ ਚ, ਕਿਉਂਕਿ ਉਹ ਜਨ ਅੰਦੋਲਨ ਵਾਂਗੂ ਲੱਗਦੀ ਸੀ ਜਿਵੇਂ ਹੁਣ ਕਿਸਾਨਾਂ ਦਾ ਜਨ ਅੰਦੋਲਨ ਹੈਗਾ, ਤਾਂ ਉਹ ਵੀ ਆ ਗਏ। ਜੋਗਿੰਦਰ ਯਾਦਵ ਆ ਗਿਆ, ਪ੍ਰਸ਼ਾਂਤ ਭੂਸ਼ਣ ਆ ਗਿਆ,
ਪ੍ਰੋਫੈਸਰ ਆਨੰਦ ਕੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਆ ਗਿਆ, ਹੋਰ ਬਹੁਤ ਸਾਰੇ, ਈਵਨ ਮੇਧਾ ਪਾਟਕਰ ਵੀ ਆਈ ਉਸੇ ਚ, ਹੋਰ ਬਹੁਤ ਸਾਰੇ ਬੰਦੇ ਆਏ। ਇੱਕ ਅਜੀਤ ਝਾੜ ਦਿੱਲੀ ਯੂਨੀਵਰਸਿਟੀ ਦਾ ਪ੍ਰੋਫੈਸਰ ਆਇਆ, ਰਿਟਾਇਰਡ ਮੇਰਾ ਖਿਆਲ ਨੇਵੀ ਦੇ ਚੀਫ ਵੀ ਕੋਈ ਉਹਦੇ ਚ ਆਏ, ਮੈਂ ਉਹਨਾਂ ਨੂੰ ਮਿਲਿਆ ਵੀ ਹੈਗਾ। ਬਹੁਤ ਵੱਡੇ ਵੱਡੇ ਬੰਦੇ ਉਹਦੇ ਚ ਆਏ। ਹੋਇਆ ਇੰਜ ਹੈ ਕਿ ਜਿਉਂ ਹੀ ਆਪਣੀ ਸੱਤਾ ਕੇਜਰੀਵਾਲ ਜੀ ਨੇ ਪਹਿਲੀ ਗਵਰਨਮੈਂਟ ਤੇ ਤੋੜਤੀ, ਥੋੜੇ ਦਿਨਾਂ ਬਾਅਦ ਤੋੜਤੀ, ਦੁਬਾਰਾ ਜਦੋਂ ਸੱਤਾ ਆ ਗਈ ਤੇ ਪਹਿਲਾ ਕਰਮ ਉਹਨਾਂ ਨੇ ਇਹ ਕੀਤਾ ਕਿ ਸਾਰੇ ਬੰਦੇ ਚੱਕ ਕੇ ਬਾਹਰ ਮਾਰੇ। ਜਾਣੀ ਉਹਨਾਂ ਨੂੰ ਬਾਹਰ ਚੁੱਕ ਕੇ ਸੁੱਟਣ ਦਾ ਇਹ ਕੋਈ ਸਵਰਾਜ ਦਾ ਤੇ ਮੁੱਦਾ ਨਹੀਂ ਸੀਗਾ। ਅਸੀਂ ਉੱਥੇ ਮੇਰੇ ਅੱਖੀਂ ਦਿਖੀ ਆ, ਇਹ ਗੱਲ ਹੈਗੀ 28 ਮਾਰਚ 2015 ਦੀ। ਜਿਸ ਢੰਗ ਦੇ ਨਾਲ ਉਸ ਮੀਟਿੰਗ ਚ ਬੁਲਾ ਕੇ ਇਹਨਾਂ ਨੇ ਉਹ ਜਿਹੜੇ ਬਾਉਂਸਰ ਹੁੰਦੇ ਆ ਚੱਕ ਕੇ ਬਾਹਰ ਮਾਰੇ ਮੀਟਿੰਗ ਚੋਂ, ਲਿਟਰਲੀ ਉਸ ਤਰ੍ਹਾਂ ਬਾਉਂਸਰ ਬੁਲਾ ਕੇ ਕੇਜਰੀਵਾਲ ਨੇ ਕੀਤਾ। ਤੇ ਮੈਨੂੰ ਲੱਗਾ ਕਿ ਇਹ ਵੀ ਉਸੇ ਕਿਸਮ ਦੇ ਪੋਲੀਟੀਸ਼ੀਅਨ ਹੈਗੇ ਜਿਸ ਤਰ੍ਹਾਂ ਦੇ ਬਾਕੀ ਪੋਲੀਟੀਸ਼ੀਅਨ ਹੈਗੇ। ਦੂਸਰੀ ਗੱਲ, ਜਦੋਂ ਪੰਜਾਬ ਅਸੀਂ ਇਸ ਕਰਕੇ ਥੋੜਾ ਦੁੱਖ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਪਾਰਟੀ ਦੀ ਪਹਿਲੀ ਜਿਹੜੀ ਪਾਰਲੀਮੈਂਟ ਦੀ ਚੋਣ ਆ ਉਹਦੇ ਚ ਫਾਊਂਡਰ ਬੰਦੇ ਆ ਜਿਨ੍ਹਾਂ ਨੇ ਜਦੋਂ 4 MP ਜਿੱਤੇ, ਜਦੋਂ ਦੇਸ਼ ਦੇ ਵਿੱਚ ਹੋਰ ਕਿਤੇ ਨਹੀਂ ਜਿੱਤੇ ਸੀਗੇ, ਕੇਜਰੀਵਾਲ ਦੇ ਖੁਦ ਹਾਰ ਗਏ ਸੀ ਤੇ ਅਸੀਂ 4 MP ਜੇ ਇੱਥੋਂ ਪੰਜਾਬ ਚੋਂ ਭੇਜੇ ਤੇ ਇਹਦੀ ਇੱਕ ਜੜ ਲੱਗੀ। ਉਦੋਂ ਬਾਅਦ ਹੀ ਦਿੱਲੀ ਦੀਆਂ ਚੋਣਾਂ ਹੋਈਆਂ, ਠੀਕ ਹੈ ਜੀ। ਦੂਸਰੀ ਗੱਲ ਮੇਰਾ ਇਹ ਕਹਿਣ ਦਾ ਮਤਲਬ ਕਿ ਜਦੋਂ ਪੰਜਾਬ 'ਚ ਚੋਣਾਂ ਹੋਈਆਂ, ਜਿਸ ਕਿਸਮ ਨਾਲ ਕੰਨੋਂ ਫੜ ਫੜ ਕੇ ਬਾਹਰ ਕੱਢੇ, ਛੋਟੇਪੁਰ ਹੋਰ ਮੈਨੂੰ ਵੀ ਕੱਢਤਾ, ਮੈਂ ਤਾਂ ਫਿਰ ਰਿਜ਼ਾਈਨ ਕਰਤਾ, ਮੈਨੂੰ ਸਸਪੈਂਡ ਕੀਤਾ ਸੀਗਾ ਇਸ ਕਰਕੇ ਕਿ ਅਸੀਂ ਸਵਾਲ ਕਿਉਂ ਕਰਦੇ ਹਾਂ। ਅੱਜ ਦੀ ਤਰੀਕ ਦੇ ਵਿੱਚ ਵੀ ਇਹ ਕੇਜਰੀਵਾਲ, ਹੁਣ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਜੀ, ਇਹ ਸਵਰਾਜਵੀਰ ਸਿੰਘ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਹੈਗੇ ਆ, ਉਹਨਾਂ ਦੇ ਆਰਟੀਕਲ 'ਚ ਮੈਂ ਕੋਟ ਕਰਕੇ ਕਹਿ ਰਿਹਾ, ਇਹਨਾਂ ਨੇ ਧਾਰਾ 370 ਜਦੋਂ ਜੰਮੂ ਕਸ਼ਮੀਰ ਨੂੰ ਇੱਕ ਯੂਨੀਅਨ ਟੈਰੀਟਰੀ ਬਣਾਉਣ ਦਾ ਫੈਸਲਾ ਹੋ ਗਿਆ ਤਾਂ ਧਾਰਾ 370 ਦੀ ਇਸ ਕੇਜਰੀਵਾਲ ਸਾਹਿਬ ਨੇ ਹਟਾਉਣ ਦੀ ਸਪੋਰਟ ਕੀਤੀ, ਮੋਦੀ ਜੀ ਦੇ ਨਾਲ ਖੜੇ ਹੋਏ। ਜਦੋਂ ਮੋਦੀ ਜੀ ਦੇ ਨਾਲ ਖੜੇ ਹੋਏ ਤਾਂ ਤੁਸੀਂ ਉਹਨਾਂ ਦਾ ਸਟੈਂਡ ਤੇ ਬੀਜੇਪੀ ਦੇ ਸਟੈਂਡ ਦੇਖ ਸਕਦੇ ਆ। CAA ਬਣਿਆ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਮੋਦੀ ਜੀ ਦੇ ਨਾਲ ਖੜੇ ਹੋਏ ਜਿੱਥੇ ਬੀਜੇਪੀ ਖੜੀ ਸੀ, ਕਿਉਂਕਿ ਉਹਦੇ ਵਿੱਚ ਘੱਟ ਗਿਣਤੀਆਂ ਤੇ ਹਮਲਾ ਸੀ। ਮੁਸਲਮਾਨਾਂ ਨੂੰ ਇਥੋਂ ਕਨਸਟੀਟਿਊਸ਼ਨ ਦੇ ਵਿਰੋਧ ਚ ਜਾ ਕੇ ਵੀ ਉਹਨਾਂ ਦੇ ਨਾਲ ਇੱਕ ਜਿਹੜਾ ਵਿਤਕਰੇ ਵਾਲੀ ਇੱਕ ਕਾਨੂੰਨ ਬਣਾਤਾ। ਤੀਜੀ ਗੱਲ, ਦਿੱਲੀ ਦੇ ਵਿੱਚ ਦੰਗੇ ਆ ਹੁਣੇ ਹੋ ਕੇ ਹਟੇ ਆ ਪਿਛਲੇ ਸਾਲ। ਕੇਜਰੀਵਾਲ ਜੀ ਦਾ ਮੂੰਹ ਟੁੱਟ ਜੇ ਉਹ ਇੱਕ ਵਾਰੀ ਵੀ ਜਾ ਕੇ ਵਿੱਚ ਖੜੇ ਹੋਣ। ਇਹਨਾਂ ਨਾਲੋਂ ਤੇ ਮਹਾਤਮਾ ਗਾਂਧੀ ਚੰਗਾ ਸੀਗਾ, ਜਦੋਂ ਕਲਕੱਤੇ ਦੇਸ਼ ਦੀ ਪਾਰਟੀ ਚ ਹੋਈ ਉਹ ਲੋਕਾਂ ਦੇ ਵਿੱਚ ਖੜਾ ਹੋ ਗਿਆ ਸੀ, ਕਹਿੰਦਾ ਸੀ ਮੇਰੇ ਗੋਲੀ ਮਾਰੋ ਜੇ ਤੁਸੀਂ ਦੰਗਾਈਆਂ ਨੇ, ਦੰਗੇ ਕਰਨੇ ਆ, ਇੱਕ ਦੂਜੇ ਦਾ ਖੂਨ ਕਰਨਾ, ਤੇ ਮੇਰੇ ਪਹਿਲਾਂ ਕਲਕੱਤੇ ਦੇ ਵਿੱਚ ਤੁਸੀਂ ਮੈਨੂੰ ਗੋਲੀ ਮਾਰੋਗੇ ਤਾਂ ਤੁਸੀਂ ਦੰਗੇ ਕਰ ਸਕਦੇ ਆ। ਕੁਛ ਜੁਰਤ ਤੇ ਦਿਖਾਈ ਆਪਣੇ, ਹੋਰ ਉਹਦੇ 100 ਕ੍ਰਿਟਿਸਿਜ਼ਮ ਹੋ ਸਕਦੇ। ਕੀ ਕੇਜਰੀਵਾਲ ਨਿਕਲ ਕੇ ਉਹਨਾਂ ਦੰਗਾਈਆਂ ਨੂੰ ਰੋਕਣ ਲਈ 4 ਦਿਨ 3 ਦਿਨ ਚੱਲਦਾ ਰਿਹਾ ਤੇ 51-52 ਬੰਦੇ ਮਰ ਗਏ, ਜਿਸ ਚੋਂ 43 ਬੰਦੇ ਮੁਸਲਮਾਨ ਸੀਗੇ, ਔਰ ਪਤਾ ਸੀ ਕਿ ਕਿਹਨੇ ਕੀਤੇ ਤੇ ਕਿਵੇਂ ਕਰਵਾਏ ਗਏ। ਸਾਡੀ ਜਿਹੜੀ ਕੋਈ ਨਿੱਜੀ ਕੇਜਰੀਵਾਲ ਨਹੀਂ ਹੈ। ਕੇਜਰੀਵਾਲ ਦੀ ਕ੍ਰਿਟਿਸਿਜ਼ਮ ਅਸੀਂ ਇਸ ਕਰਕੇ ਕਰਦੇ ਹਾਂ ਕਿ ਇਹ ਦੋਵੇਂ ਹੀ ਪਾਰਟੀਆਂ ਨੂੰ ਜਦੋਂ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤਾ, ਕਿਹੜੀ ਨੂੰ, ਕਾਂਗਰਸ ਨੂੰ ਔਰ ਅਕਾਲੀ ਦਲ ਨੂੰ। ਬੀਜੇਪੀ ਤੇ ਚਲੋ ਪੰਜਾਬ 'ਚ ਕਦੀ ਵੀ ਏਡੀ ਹੈ ਨਹੀਂ ਸੀ। ਜਦੋਂ ਇਹਨਾਂ ਨੂੰ ਰਿਜੈਕਟ ਕੀਤਾ ਤਾਂ ਕੇਜਰੀਵਾਲ ਤੋਂ ਬਹੁਤ ਉਮੀਦਾਂ ਲਿਆ ਕੇ ਲੋਕਾਂ ਨੇ ਨਾਲੇ ਇਹਨੂੰ ਪੈਸੇ ਦਿੱਤੇ, ਨਾਲੇ ਇਹਨਾਂ ਦੀ ਸਪੋਰਟ ਕੀਤੀ, ਸਾਰਾ ਕੁਝ ਕੀਤਾ। ਪਰ ਜੇ ਕੇਜਰੀਵਾਲ ਟਿਕਟਾਂ ਵੇਚਣ ਲੱਗ ਜੂ ਪੰਜਾਬ ਦੇ ਵਿੱਚ, 4 ਕਰੋੜ ਉਹਦੇ ਤੋਂ ਲੈ ਕੇ ਉਹਨੂੰ ਦੇਤੀ, 2 ਕਰੋੜ ਲੈ ਕੇ ਉਹਨੂੰ ਦੇਤੀ, ਤੇ ਜਿਹੜੇ ਕੰਮ ਕਰਦੇ ਸੀ ਉਹ ਚੱਕ ਕੇ ਕੰਨੋਂ ਫੜ ਕੇ ਬਾਹਰ ਮਾਰੇ, ਉਹਨਾਂ ਨੂੰ ਕੋਈ ਟਿਕਟ ਵੀ ਨਹੀਂ ਦਿੱਤੀ, ਨੇੜੇ ਤੇੜੇ ਨਹੀਂ ਪਾਰਟੀ ਦੇ ਲੱਗਣ ਦਿੱਤਾ। ਮੇਰੀ ਬੇਨਤੀ ਮੇਰੇ ਇਸ ਸਪੀਕਰ ਸਾਹਿਬਾਨ ਨੂੰ ਇਹ ਹੈ ਕਿ ਪੋਲਿਟਿਕਸ ਦੇ ਵਿੱਚ ਕੋਈ ਨਿੱਜੀ ਗੱਲਾਂ ਨਹੀਂ ਹੁੰਦੀਆਂ, ਉਹਦੇ 'ਚ ਇੰਟਰਸਟ ਹੁੰਦੇ ਆ, ਹਿੱਤ ਹੁੰਦੇ ਆ ਕਿ ਸਮਾਜ ਦੇ ਹਿੱਤ ਕਿਹੜੇ ਲੀਡਰ ਕੋਲ ਆ ਔਰ ਸਮਾਜ ਵਿਰੋਧੀ ਜਿਹੜੇ ਕਾਰਨਾਮੇ ਆ ਉਹ ਕਿਹੜੇ ਲੀਡਰ ਕੋਲ ਆ। ਅਸੀਂ ਤੇ ਸਿਰਫ ਇੱਕੋ ਕਸਵੱਟੀ ਤੇ ਕਹਿੰਦੇ ਆ। ਇਹਨਾਂ ਦਾ ਕ੍ਰਿਟਿਸਿਜ਼ਮ ਇਸ ਕਰਕੇ ਹੁੰਦਾ ਕਿ ਇਹ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਨਹੀਂ ਪੂਰੇ ਉਤਰੇ। ਅੱਜ ਲਾਸਟ ਗੱਲ ਮੈਂ ਕਹਿ ਦਿਆਂ, ਅੱਜ ਜਦੋਂ LG ਦੀਆਂ ਪਾਵਰਾਂ ਉੱਥੇ ਦੇ ਜਿਹੜੀ ਅਸੈਂਬਲੀ ਹੈ ਚੱਕ ਕੇ ਸਾਰੀ ਦੀਆਂ ਸਾਰੀਆਂ ਪਾਵਰਾਂ LG ਨੂੰ ਦੇਤੀਆਂ ਤੇ ਕੇਜਰੀਵਾਲ ਜੀ ਇੰਜ ਟੱਪ ਰਹੇ ਜਿਵੇਂ ਚੂਹਾ ਕਿ ਪਿੰਜਰੇ 'ਚ ਟੱਪਦਾ ਹੁੰਦਾ ਕਿ ਹਾਏ ਹਾਏ ਫਿਰ ਸਾਨੂੰ ਚੁਣੀ ਹੋਈ ਅਸੈਂਬਲੀ ਦੀ ਲੋੜ ਹੀ ਕੀ ਹੈ। ਅਸੀਂ ਬਿਲਕੁਲ ਕੇਜਰੀਵਾਲ ਦੇ ਨਾਲ ਆ। ਜੇ ਕੇਜਰੀਵਾਲ ਕਿਸੇ ਵੀ ਕਿਸਮ ਦਾ ਕੋਈ ਉੱਥੇ ਐਕਸ਼ਨ ਕਰੇ ਤੇ ਅਸੀਂ ਉਹਦੇ ਅੱਗੇ ਹੋਵਾਂਗੇ, ਜੇਲ੍ਹਾਂ 'ਚ ਵੀ ਜਾਣ ਲਈ ਕੇਜਰੀਵਾਲ ਦੇ ਇਸ ਸਟੈਂਡ ਲਈ ਤਿਆਰ ਹੋਵਾਂਗੇ। ਪਰ ਸਵਾਲ ਇਹ ਕਿ ਜਦੋਂ ਲੋਕਾਂ ਦੇ ਘਰ ਫੂਕੇ ਜਾ ਰਹੇ ਸੀ ਤੇ ਇਹ ਬੀਜੇਪੀ ਦੇ ਨਾਲ ਬਾਲਣ ਫੜਾਉਣ ਲਈ, ਚਵਾਤੀ ਫੜਾਉਣ ਲਈ, ਮਾਚਿਸ ਫੜਾਉਣ ਲਈ ਕਿਉਂ ਖੜੇ ਸੀਗੇ?
ਜਦੋਂ ਜੰਮੂ ਕਸ਼ਮੀਰ ਦਾ ਮਸਲਾ, ਸੀਏ ਦਾ ਮਸਲਾ, ਦੰਗਿਆਂ ਦਾ ਮਸਲਾ, ਹੋਰ ਮਸਲੇ। ਇਸ ਲਈ ਅਸੀਂ ਮੈਂ ਵੰਸ ਫਾਰ ਆਲ ਕਹਿਣਾ ਚਾਹੁੰਦਾ ਕਿ ਅਕਾਲੀ ਦਲ, ਬੀਜੇਪੀ ਲੋਕਾਂ ਨੇ ਰਿਜੈਕਟ ਕੀਤੇ ਹੋਏ ਆ ਇਨ ਸੈਂਸ ਕਿ ਉਹ ਨਹੀਂ ਚਾਹੁੰਦੇ ਉਹਨਾਂ ਨੂੰ, ਪਰ ਜਿਹਨੂੰ ਚਾਹੁੰਦੇ ਆ ਜੇ ਉਹ ਵੀ ਉਂਝ ਕਰੂਗਾ ਤੇ ਫਿਰ ਲੋਕਾਂ ਨੂੰ ਨਿਰਾਸ਼ਾ ਆਉਂਦੀ। ਅਗਲੀ ਗੱਲ ਕਿ ਇਹਦਾ ਕੀ ਹੋਊਗਾ ਸ਼ਹਿਰੀ ਜੀ, ਇਹਨਾਂ ਦਾ ਅਗਲਾ ਹਿੱਸਾ ਗੱਲ ਦਾ ਇਹ ਹੈਗਾ। ਹਾਂ ਇੱਕ ਹੋਰ ਕਾਲਰ ਆਪਣੇ ਨਾਲ ਜੀ ਜੁੜ ਰਹੇ ਨੇ। ਹਾਂਜੀ ਪ੍ਰੋਫੈਸਰ, ਬਿਲਕੁਲ ਕਾਲ ਕੰਟੀਨਿਊ ਉਹਨਾਂ ਦੀ ਕਾਲ ਆ ਰਹੀ, ਆਪਾਂ ਕਾਲ ਉਹਨਾਂ ਦੀ ਵੀ ਪਿਕ ਕਰ ਲਈਏ ਨਾਲ। ਜੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜਰੂਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਠੀਕ ਹੋ ਜੀ? ਬਿਲਕੁਲ ਠੀਕ ਹਾਂ ਜੀ, ਤੁਸੀਂ ਸੁਣਾਓ, ਬੋਲੋ ਜੀ ਕੀ ਕਹਿਣਾ। ਮੈਂ ਨਾ ਇਹਨਾਂ ਦੀ ਹਰ ਇੱਕ ਡਿਬੇਟ ਸੁਣਨੀ ਆ, ਇਹਨਾਂ ਮਨਜੀਤ ਸਿੰਘ ਦੀ ਪੀਟੀਸੀ ਤੇ ਮੁੱਦੇ ਵਾਲੀ ਹਰ ਇੱਕ ਡਿਬੇਟ ਮੈਂ ਇਹਨਾਂ ਦੀ ਸੁਣਨੀ ਹੁੰਨੀ ਆ। ਤੇ ਇਹ ਪਿਛਲੇ ਕੱਲ ਰਾਈਟ ਸੀ। ਹਾਂਜੀ ਪਿਛਲੇ ਕੱਲ ਰਾਈਟ ਸੀ। ਹੈਲੋ ਕਿੱਦਾਂ, ਤੁਸੀਂ ਕੀ ਕਹਿ ਰਹੇ ਹੋ ਜੀ? ਦੁਬਾਰਾ ਦੁਹਰਾਣਾ ਆਪਣੀ ਗੱਲ ਨੂੰ। ਮੈਂ ਨਾ ਇਹਨਾਂ ਦੀ ਡਿਬੇਟ ਸਾਰੀਆਂ ਸੁਣਨੀਆਂ ਨਾ, ਮਨਜੀਤ ਸਿੰਘ ਦੀਆਂ ਪੀਟੀਸੀ ਤੇ ਮੁੱਦੇ ਚ ਹਰ ਇੱਕ ਡਿਬੇਟ ਮੈਂ ਇਹਨਾਂ ਸੁਣਨੀਆਂ। ਪਿਛਲੇ ਕੱਲ ਰਾਈਟ ਸੀ। ਇਹ ਹਮੇਸ਼ਾ ਕੇਂਦਰੀਵਾਲ ਦੇ ਖਿਲਾਫ ਬੋਲਦੇ ਨੇ, ਇਹ ਅਕਾਲੀ ਦਲ ਦੀ ਹੈਲਪ ਕਰਦੇ ਨੇ, ਅਕਾਲੀ ਦਲ ਪਾਸੇ ਨੇ, ਹਮੇਸ਼ਾ ਉਹਨਾਂ ਦੇ ਖਿਲਾਫ ਬੋਲਦੇ। ਜੇ ਖਹਿਰਾ ਸੀ ਉਹ ਐਮਐਲਏ ਬਣ ਕੇ ਵਾਪਸ ਕਾਂਗਰਸ ਚਲਾ ਗਿਆ, ਜੇ ਸੁੱਚਾ ਸੀ ਅਕਾਲੀ ਦਲ ਦਾ ਸੀ ਵਾਪਸ ਚਲਾ ਗਿਆ, ਤੇ ਹਮੇਸ਼ਾ ਕੇਂਦਰੀਵਾਲ ਦੇ ਖਿਲਾਫ ਬੋਲਦੇ ਨੇ। ਪਿਛਲੇ ਵਾਲਾ ਕਾਲਰ ਰਾਈਟ ਬੋਲ ਰਿਹਾ। ਓਕੇ, ਸੋ ਪ੍ਰੋਫੈਸਰ ਸਾਹਿਬ, ਹੁਣ ਇਸ ਤਰੀਕੇ ਦੀਆਂ ਜਿਹੜੀਆਂ ਕਾਲ ਆ ਰਹੀਆਂ ਨੇ ਕਿ ਕਿਸ ਦੇ ਖਿਲਾਫ ਜਾਂ ਕਿਸ ਦੇ ਉਹ ਹੱਕ ਦੇ ਵਿੱਚ ਬੋਲਣਾ, ਖੈਰ ਇਹ ਗੱਲਾਂ ਜਿਹੜੀਆਂ ਨੇ ਸ਼ਾਇਦ ਕਈ ਵਾਰੀ ਸਾਡੇ ਇਹਨਾਂ ਨੇ ਸ਼ਾਇਦ ਇਹ ਜਿਹੜੇ ਸਾਡੇ ਕਾਲਰ ਹੈਗੇ ਆ, ਇਹਨਾਂ ਨੇ ਉਹ ਕੁਰਬਾਨੀਆਂ ਨਹੀਂ ਕੀਤੀਆਂ ਜੋ ਪੰਜਾਬ ਦੇ ਲੋਕਾਂ ਨੇ ਕੀਤੀਆਂ। ਮੈਂ 9 ਮਹੀਨੇ ਛੁੱਟੀ ਲੈ ਕੇ ਵਿਦਆਊਟ ਪੇ ਪਾਰਟੀ ਲਈ ਕੰਮ ਕੀਤਾ ਆ, 16-17 ਲੱਖ ਰੁਪਈਆ ਵੀ ਖਰਚਿਆ ਤੇ ਘਰ ਦਾ ਨੁਕਸਾਨ ਵੀ ਕਰਵਾਇਆ। ਤੇ ਸਾਨੂੰ ਤੇ ਇਸ ਗੱਲ ਦਾ ਦਰਦ ਹੈ ਹੀ ਆ ਵੀ ਅਸੀਂ ਉਹ ਲੋਕਾਂ ਦੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਸਵਰਾਜ ਲੈ ਕੇ ਆਉਣਾ ਸੀ, ਉਹ ਸਵਰਾਜ ਕਿੱਥੇ ਗਿਆ? ਇਹ ਤੇ ਉਸੇ ਤਰੀਕੇ ਦੀ ਪਾਰਟੀ ਬਣ ਗਈ ਜਿਵੇਂ ਮੋਦੀ ਪਾਰਟੀ ਤੇ ਕੇਜਰੀਵਾਲ ਪਾਰਟੀ। ਆਮ ਆਦਮੀ ਦੀ ਕਿੱਥੇ ਉਹਦੇ ਚ ਸੇ ਹੈਗੀ ਪੰਜਾਬ ਦੇ ਅੰਦਰ? ਹਰ 6 ਮਹੀਨੇ ਬਾਅਦ ਪਾਰਟੀ ਦਾ ਸਟਰਕਚਰ ਤੋੜ ਕੇ ਨਵੇਂ ਲੀਡਰ ਲੈ ਆਉਂਦੇ ਆ, ਪਹਿਲਿਆਂ ਨੂੰ ਛੱਡ ਦਿੰਦੇ, ਦੂਆ ਲੈ ਆਉਂਦੇ, ਕੋਈ ਸਟੇਬਲ ਸਟਰਕਚਰ ਨਹੀਂ। ਅੱਜ ਤੱਕ ਛੋਟੇਪੁਰ ਨੂੰ ਤੇ ਇਹਨਾਂ ਨੇ ਇੱਕ ਐਲੀਗੇਸ਼ਨ ਦੱਸੇ ਹੀ ਨਹੀਂ ਵੀ ਕੀ ਸੀ ਉਹਦੇ ਤੇ। ਉਹਨੂੰ ਤੁਸੀਂ ਅਖੀਰ ਦੇ ਵਿੱਚ ਬਾਹਰ ਕਰਤਾ ਇਸ ਲਈ ਕਿਉਂਕਿ ਕੇਜਰੀਵਾਲ ਖੁਦ ਚੀਫ ਮਿਨਿਸਟਰ ਪੰਜਾਬ ਦਾ ਬਣਨਾ ਚਾਹੁੰਦਾ ਸੀ ਤੇ ਉਹਨੂੰ ਚੱਕ ਕੇ ਬਾਹਰ ਮਾਰਿਆ। ਯਾਨੀ ਇਹ ਗੱਲਾਂ ਸਾਡੇ ਵੀਰ ਬਾਹਰ ਬੈਠੇ ਸੋਚਣ ਕਿ ਅਸੀਂ ਕਿਉਂ ਕਹਿ ਰਹੇ ਹਾਂ। ਉਹਨਾਂ ਦੇ ਵਿਚਾਰ ਆਪਣੇ ਸਾਨੂੰ ਸਿਰ ਮੱਥੇ ਤੇ ਉਹ ਵਿਚਾਰ ਜ਼ਰੂਰ ਰੱਖਣ। ਉਹਨਾਂ ਨੇ ਵੀ ਸ਼ਾਇਦ ਉਹਨਾਂ ਨੂੰ ਫੰਡ ਭੇਜਿਆ ਹੋਊਗਾ, ਉਮੀਦਾਂ ਲਾਈਆਂ ਹੋਣਗੀਆਂ, ਉਹਨਾਂ ਕੋਲ ਉਹ ਹੋ ਸਕਦਾ ਇਨਫੋਰਮੇਸ਼ਨ ਸਾਰੀ ਨਾ ਹੋਵੇ ਜਿਹੜੀ ਸਾਡੇ ਕੋਲ ਆ। ਜੇ ਕਿਤੇ ਫੋਨ ਕਰਨਗੇ ਤੇ ਮੈਂ ਹੋਰ ਵੀ ਸਮਝਾ ਸਕਦਾ, ਨਹੀਂ ਤੇ ਮੈਂ 1-2 ਲੇਖ ਲਿਖ ਕੇ ਇਹਨਾਂ ਤੱਕ ਪਹੁੰਚਾ ਦੂੰਗਾ ਕਿ ਅਸੀਂ ਕਿਉਂ ਇੰਜ ਬੋਲਦੇ। ਹਾਂਜੀ ਜੀ ਪ੍ਰੋਫੈਸਰ ਸਾਹਿਬ, ਬੰਦ ਦੀ ਅਸੀਂ ਗੱਲ ਕਰ ਰਹੇ ਸੀਗੇ ਵੀ ਭਾਰਤ ਬੰਦ ਦਾ ਅਸਰ ਸਪੈਸ਼ਲੀ ਹੁਣ ਜਿਵੇਂ ਬੰਗਾਲ ਦੇ ਵਿੱਚ ਹੁਣ ਚੋਣਾਂ ਹੋਣੀ ਜਾ ਰਹੀਆਂ ਨੇ ਪਹਿਲੇ ਗੇੜ ਦੀਆਂ, ਸੋ ਇਹਨਾਂ ਚੋਣਾਂ ਦੇ ਵਿੱਚ ਕਿੰਨਾ ਕੁ ਅਸਰ ਪੈਂਦਾ ਦਿਖਾਈ ਦੇ ਰਿਹਾ? ਔਰ ਸਪੈਸ਼ਲੀ ਤੁਸੀਂ ਉੱਥੇ ਬਕਾਇਦਾ ਖੁਦ ਗਏ ਵੀ ਸੀਗੇ, ਉੱਥੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਹੈ ਚਰਚਾ ਵੀ ਹੋਈ ਹੈ ਔਰ ਕਾਫੀ ਪ੍ਰਚਾਰ ਵੀ ਕੀਤਾ ਗਿਆ, ਤੇ ਤੁਹਾਨੂੰ ਲੱਗਦਾ ਵੀ ਇਲੈਕਸ਼ਨ ਬੰਗਾਲ ਦੀਆਂ ਇਲੈਕਸ਼ਨ ਦੇ ਵਿੱਚ ਕੋਈ ਅਸਰ ਪੈ ਸਕਦਾ ਹੈਗਾ ਇਸ ਦਾ? ਦੇਖੋ, ਜਿਹੜਾ ਬੰਦ ਦਾ ਆ ਇੱਕ ਜਨਰਲੀ ਪ੍ਰੋਪੇਗੈਂਡਾ ਵੈਲਿਊ ਤੇ ਬਹੁਤ ਹੈਗੀ ਆ ਮੋਦੀ ਜੀ ਦੇ ਅਗੇਂਸਟ, ਪਰ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਉਹ ਇਹਨਾਂ ਗੱਲਾਂ ਦੇ ਉੱਤੇ ਨਜਿੱਠੀਆਂ ਨਹੀਂ ਜਾਂਦੀਆਂ। ਉਦੋਂ ਇੱਕ ਬਹੁਤ ਹੀ ਚਾਰਜਡ ਮਾਹੌਲ ਹੁੰਦਾ, ਉਹਦੇ ਚ ਕਿਹੜੀਆਂ ਗੱਲਾਂ ਹਮੇਸ਼ਾ ਇਲੈਕਸ਼ਨਾਂ ਦੇ ਵਿੱਚ ਹੁੰਦੀਆਂ। ਤੇ ਮੁੱਦਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਆ ਕਿ ਕਿਹੜਾ ਬੰਦਾ ਕਿੰਨਾ ਪੈਸਾ ਖਰਚ ਲੈਂਦਾ, ਕਿਹੜਾ ਬੰਦਾ ਕਿੰਨਾ ਚਲਾਕੀ ਮਾਰ ਜਾਂਦਾ, ਕਿਹੜਾ ਬੰਦਾ ਕਿਹੜੇ ਜਾਤੀ ਤੇ ਧਰਮ ਦੇ ਗੱਠ ਜੋੜ ਜਾਂ ਉਹਨਾਂ ਦੀ ਜੋੜ ਤੋੜ ਕਰ ਜਾਂਦਾ ਆ। ਇਸ ਲਈ ਮੇਰੀ ਸ਼ਹਿਰੀ ਜੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਇਲੈਕਸ਼ਨਾਂ ਦਾ ਤਰਕ ਹੈਗਾ, ਹੁਣ ਕੱਲ ਮੈਨੂੰ ਕੋਈ ਪੁੱਛ ਰਹੇ ਸੀ, ਸੱਜਣ ਆਏ ਸੀ ਬਾਹਰੋਂ, ਕਿ ਕਿਸ ਤਰੀਕੇ ਨਾਲ ਕਿ ਜੇ 4 ਬੰਦੇ ਖੜੇ ਹੋਣ, ਇੱਕ ਕਿਸਾਨਾਂ ਦੀ ਪਾਰਟੀ ਖੜੀ ਹੋਵੇ, ਇੱਕ ਅਕਾਲੀ ਦਲ ਖੜਾ ਹੋਵੇ, ਇੱਕ ਕਾਂਗਰਸ ਖੜਾ ਹੋਵੇ ਤੇ ਇੱਕ ਇਸ ਤਰ੍ਹਾਂ ਹੋਵੇ ਤਾਂ ਕਿਹਨੂੰ ਲੋਕ ਵੋਟਾਂ ਪਾਉਣਗੇ? ਮੈਂ ਕਿਹਾ ਇਹ ਜਿਹੜਾ ਇਸ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਘਰ ਦੇ ਅੰਦਰ ਬੈਠੇ ਜਮਾ ਘਟਾ ਕਰਦੇ ਆ, ਜਦੋਂ ਐਕਚੁਅਲ ਵੋਟਾਂ ਪੈਂਦੀਆਂ ਉਹ ਬੜੇ ਅਲੱਗ ਢੰਗ ਨਾਲ ਪੈਂਦੀਆਂ। ਪਿਛਲੀ ਵਾਰੀ ਇੰਨੀਆਂ ਵੋਟਾਂ ਕਾਂਗਰਸ ਨੂੰ ਪੈ ਗਈਆਂ, ਉਹਨਾਂ ਨੇ ਖੁਦ ਹੀ ਉਮੀਦ ਨਹੀਂ ਸੀ ਕੀਤੀ, ਉਹ ਤੇ 55 ਤੋਂ ਬਾਅਦ ਉੱਪਰ ਜਾ ਹੀ ਨਹੀਂ ਸੀ ਰਹੇ, ਲੋਕਾਂ ਨੇ 77 ਦੇ ਦਿੱਤੀਆਂ ਸੀਟਾਂ। ਇਸ ਲਈ ਜਦੋਂ ਵੋਟਾਂ ਅਸਲ ਮਾਨਿਆਂ ਚ ਅਸਲ ਚ ਧਰਾਤਲ ਤੇ ਪਾਉਂਦੇ ਆ, ਉਹਦੇ ਚ ਬਹੁਤ ਜੋੜ ਤੋੜ ਕਈ ਕੁਛ ਚੀਜ਼ਾਂ ਚੱਲਦੀਆਂ, ਕੱਲਾ ਪੈਸਾ ਵੀ ਨਹੀਂ ਚੱਲਦਾ। ਇਸ ਤਰ੍ਹਾਂ ਦੇ ਪੈਸੇ ਵਾਲੀ ਪਾਰਟੀ ਕਦੀ ਹਾਰੇ ਹੀ ਨਾ, ਉਹਦੇ ਚ ਹੇਰਾ ਫੇਰੀ ਵੀ ਚੱਲਦੀ ਆ। ਹੁਣ ਉਹ EVM ਦਾ ਇੱਕ ਆਪਣਾ ਅਲੱਗ ਮੁੱਦਾ ਬੜਾ ਤਕੜਾ ਹੈਗਾ, ਤੇ ਮੈਨੂੰ ਐਂ ਲੱਗਦਾ ਕਿ
ਆਪਾਂ ਨੂੰ ਇੰਜ ਸਿੱਧਾ ਸਿੱਧਾ ਇਹਦਾ ਅਸਰ ਇਲੈਕਸ਼ਨਾਂ ਤੇ ਹੋਊਗਾ ਉਹ ਤਾਂ ਨਹੀਂ, ਪਰ ਜੋ ਗਰਾਊਂਡ ਸਵੈਲ ਆ, ਜਿਵੇਂ ਜਿੰਨੇ ਕਿਸਾਨ ਵੀਰ ਜਾਂ ਮੀਡੀਆ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਪਰਸਨਲ ਕੰਟੈਕਟ ਰਾਹੀਂ ਲੋਕ ਲੱਗੇ ਆ, ਸਰਟਨਲੀ ਇਹਨਾਂ ਗੱਲਾਂ ਦਾ 2-3% ਵੀ ਜਿਹੜਾ ਸਵੇ ਕਰਦੇ ਤੇ ਉਹ ਬਹੁਤ ਵੱਡਾ ਇਲੈਕਸ਼ਨ ਕਿਸੇ ਨੂੰ ਜਿਤਾਉਣ ਲਈ ਹਰਾਉਣ ਲਈ ਹੁੰਦਾ, ਉਹਨਾਂ ਦਾ ਅਸਰ ਤੇ ਜ਼ਰੂਰ ਪੈਂਦਾ। ਹਾਂਜੀ ਸ਼ਾਇਦ ਜੀ ਪ੍ਰੋਫੈਸਰ ਸਾਹਿਬ, ਜਿਸ ਤਰੀਕੇ ਨਾਲ ਹੁਣ ਕਿਸਾਨ ਜਥੇਬੰਦੀਆਂ ਨੇ, ਕਿਸਾਨ ਆਗੂਆਂ ਨੇ ਵੀ ਗੱਲ ਕਹਿ ਦਿੱਤੀ ਹੈ ਵੀ ਲੱਖੇ ਸਿਧਾਣੇ ਨੂੰ ਜਿਹੜਾ ਉਹ ਸਟੇਜ ਤੇ ਬੋਲਣ ਜਿਹੜਾ ਉਹ ਦਿੱਤਾ ਜਾਏਗਾ। ਹੁਣ ਇਸ ਨੁਕਤੇ ਦੇ ਉੱਤੇ ਕਿਵੇਂ ਜਥੇਬੰਦੀਆਂ ਆ ਰਹੀਆਂ ਨੇ? ਹਾਲਾਂਕਿ ਹੁਣ ਤਾਂ ਮੰਗ ਨਹੀਂ ਕੀਤੀ ਜਾ ਰਹੀ, ਪਹਿਲਾਂ ਤਾਂ ਬਹੁਤ ਮੰਗ ਕੀਤੀ ਜਾ ਰਹੀ ਸੀ, ਉਸਦੇ ਬਾਵਜੂਦ ਵੀ ਸਟੇਜ ਤੇ ਉਹਨਾਂ ਨੂੰ ਬੋਲਣ ਦੀ ਮਨਾਹੀ ਹੀ ਸੀਗੀ। ਸੋ ਹੁਣ ਜੇ ਇਹ ਗੱਲ ਕਹੀ ਜਾ ਰਹੀ ਹੈ ਤਾਂ ਕੀ ਲੱਗਦਾ ਵੀ ਜਥੇਬੰਦੀਆਂ ਹੁਣ ਯੂਨਾਈਟ ਇਸ ਟੌਪਿਕ ਤੇ ਕਿਉਂ ਹੋ ਰਹੀਆਂ ਨੇ? ਇਹਨੂੰ ਕਿਵੇਂ ਦੇਖਦੇ ਹੋ? ਸ਼ਹਿਰੀ ਸ਼ੁਰੂ ਤੋਂ ਮੈਂ ਨਾਲ ਇਹ ਮੂਵਮੈਂਟ ਨੂੰ ਕਲੋਜ਼ਲੀ ਦੇਖ ਰਿਹਾ ਜੀ, ਤੇ ਤੁਸੀਂ ਇਹ ਦੇਖੋ ਕਿ ਸਭ ਤੋਂ ਪਹਿਲਾਂ ਜਿਹੜੀ ਲੱਖੋਵਾਲ ਯੂਨੀਅਨ ਦੇ ਉਹਨਾਂ ਦੇ ਬੇਟੇ ਹੈਗੇ ਆ ਲੱਖੋਵਾਲ ਦੇ, ਉਹ ਜਾ ਕੇ ਸੁਪਰੀਮ ਕੋਰਟ 'ਚ ਚਲੇ ਗਏ ਸੀ ਸਿੱਧਾ ਕੇਸ ਪਾਉਣ ਇਹਨਾਂ ਕਾਨੂੰਨਾਂ ਦੇ ਵਿਰੁੱਧ, ਤੇ ਬਿਨਾਂ ਪੁੱਛਿਆ ਗਏ ਸੀ ਉਹਨਾਂ ਨੂੰ ਬਾਹਰ ਕਰਤਾ ਸੀਗਾ ਜੀ। ਫਿਰ ਉਹਨਾਂ ਨੂੰ ਅੰਦਰ ਲੈ ਲਿਆ, ਥੋੜੀ ਜਿਹੀ ਸਜ਼ਾ ਦੇ ਕੇ ਉਹਨਾਂ ਨੂੰ ਕਹਿ ਕੇ ਜਦੋਂ ਉਹਨਾਂ ਨੇ ਰੀਅਲਾਈਜ਼ ਕੀਤਾ ਕਿ ਉਹਨਾਂ ਦੀ ਗਲਤੀ ਸੀ, ਉਹਨਾਂ ਕਿਹਾ ਫਿਰ ਆ ਜਾਓ, ਸਾਡੀ ਕੋਈ, ਅਸੀਂ ਕਿਸੇ ਦੇ ਕੋਈ ਵਿਰੁੱਧ ਨਹੀਂ ਹੈਗੇ, ਅਸੀਂ ਤੇ ਸਾਰੇ ਰਲ ਕੇ ਚੱਲਣਾ ਚਾਹੁੰਦੇ। ਇਸੇ ਤਰੀਕੇ ਨਾਲ ਹੋਰ ਵੀ ਜਿਹਨੇ ਵੀ ਗਲਤੀ ਕੀਤੀ, ਪੰਧੇਰ ਹੋਣੀ ਹੈਗੇ ਆ, ਉਹਨਾਂ ਨੇ ਅਲੱਗ ਤੌਰ ਤੇ ਜਿੱਦ ਕਰਕੇ ਉਹ GT ਰੋਡ ਵੱਲ ਗਏ, ਰਿੰਗ ਰੋਡ ਵੱਲ ਗਏ, 26 ਜਨਵਰੀ ਨੂੰ ਰਿੰਗ ਰੋਡ ਤੋਂ ਗਾਂਹ ਪਹੁੰਚ ਗਏ, ਉੱਥੇ ਕਿਲੇ ਵੱਲ ਲੋਕ ਰੁਕਦੇ ਥੋੜੀ, ਫਿਰ ਚਲੇ ਗਏ, ਹਾਲਾਂਕਿ ਉਹਨਾਂ ਨੂੰ ਰੋਕਿਆ ਗਿਆ ਸੀ। ਉਹਨਾਂ ਦੇ ਨਾਲ ਵੀ ਕੋਈ ਨਾ ਕੋਈ ਰੱਪ ਬਣਾਇਆ। ਸਰਜੀਤ ਫੂਲ ਜਿਹੜੀ ਯੂਨੀਅਨ ਵੀ ਹੈ, ਉਹਨਾਂ ਨੇ ਵੀ ਇੰਜ ਕੀਤਾ ਸੀ, ਉਹਨਾਂ ਨੂੰ ਕਹਿ ਕਵਾ ਕੇ ਵੀ ਇੱਕ ਕਮਿਸ਼ਨ ਬਣਾ ਕੇ ਕਰਾਉਣਾ ਵੀ ਇਹਨਾਂ ਨੇ, ਸਾਡੇ ਕਿਸਾਨ ਵੀਰਾਂ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਇਕੱਠੇ ਰਹਿ ਕੇ ਚੱਲੀਏ, ਜਿਹੜਾ ਵੀ ਗਲਤੀ ਮੰਨ ਲੈਂਦਾ ਆਪਣੀ ਉਹਨੂੰ ਫਿਰ ਮਾਫ ਕਰਕੇ, ਜਿਵੇਂ ਕੋਈ ਵੀ ਕ੍ਰਿਸਚੀਅਨ ਗਲਤੀ ਕਰੇ ਉਹ ਹੌਲੀ ਜਿਹੀ ਪਾਦਰੀ ਦੇ ਕੰਨ 'ਚ ਆਪਣੀ ਕਮੀ ਪੇਸ਼ੀ ਦੱਸ ਦਿੰਦਾ, ਪਾਦਰੀ ਉਹਨੂੰ ਮਾਫ ਕਰਦਾ, ਉਹਨੂੰ ਕਹਿੰਦੇ ਕਨਫੈਸ਼ਨਸ। ਹਾਂ, ਕਨਫੈਸ਼ਨਸ। ਤੇ ਇੱਥੇ ਵੀ ਕਨਫੈਸ਼ਨ ਵਾਲਾ ਫਾਰਮੂਲਾ, ਕ੍ਰਿਸਚੀਅਨ ਫਾਰਮੂਲਾ ਚੱਲਦਾ, ਜਿਹੜਾ ਕਹੇ ਕਿ ਮੇਰੇ ਕੋਲ ਗਲਤੀ ਹੋ ਗਈ, ਫਿਰ ਚੰਗਾ ਗਾਂ ਤੋਂ ਧਿਆਨ ਰੱਖੀ ਕਹਿ ਕੇ ਆਪਾਂ ਨਾਲ ਜੋੜਦੇ ਹਾਂ। ਹਾਲਾਂਕਿ ਗਲਤੀ ਇਹ ਛੋਟੀਆਂ ਗਲਤੀਆਂ ਨਹੀਂ ਸੀ, ਬਹੁਤ ਤਬਾਹਕੁਨ, ਬੜੀ ਐਕਸਪਲੋਸਿਵ, ਵਿਸਫੋਟਕ ਗੱਲਾਂ ਹੋ ਸਕਦੀਆਂ ਸੀਗੀਆਂ। ਅਗਲੀ ਗੱਲ ਜਿਹੜੀ ਮੈਂ ਕਹਿਣਾ ਕਿ ਇਸ ਤਰੀਕੇ ਨਾਲ ਲੱਖੇ ਸਿਧਾਣੇ ਦੀ ਜਿਹੜੀ ਤੁਸੀਂ ਕਹਿੰਦੇ, ਮੈਂ ਸਟੇਜ ਤੋਂ ਖੁਦ ਉਹਨਾਂ ਨੂੰ ਸੁਣਿਆ, ਲੱਖੇ ਸਿਧਾਣੇ ਹੁਣੀ ਜੇ ਸੁਧਰਨਾ ਚਾਹਣ ਤੇ ਚੰਗੀ ਗੱਲ ਆ। ਉਹਨਾਂ ਦੀ ਪਿਛਲੇ ਜਿਹੜਾ ਬੈਕਗ੍ਰਾਉਂਡ ਆ ਉਹ ਗੈਂਗਸਟਰ ਵਾਲਾ, ਉਹਨਾਂ ਦੇ ਟੈਗ ਲੱਗਾ, ਜੇਲ੍ਹਾਂ 'ਚ ਰਹਿਣਾ, ਉਸ ਕਿਸਮ ਦਾ ਜੋ ਉਹਨਾਂ ਦਾ ਹੈਗਾ। ਪਰ ਜੇ ਉਹ ਮੇਨ ਸਟ੍ਰੀਮ ਲਾਈਫ ਦੇ ਵਿੱਚ ਸਮਾਜ ਸੇਵਾ ਕਰਨਾ ਚਾਹੁੰਦੇ ਆ ਤੇ ਹਰ ਇੱਕ ਨੂੰ ਸੁਧਰਨ ਦਾ ਮੌਕਾ ਵੀ ਮਿਲਣਾ ਚਾਹੀਦਾ ਔਰ ਉਹਦਾ ਹੱਕ ਵੀ ਹੈ। ਪਰ ਜੇ ਅਜੇ ਵੀ ਕਈ ਵਾਰੀ ਤੁਸੀਂ ਡਿਸਪ੍ਰਪੋਰਸ਼ਨੇਟ ਦਬੰਗੀ ਸਟੇਜ ਤੇ ਦਿਖਾਓਗੇ ਤਾਂ ਉਹ ਬਾਕੀ ਸਾਰਿਆਂ ਨੂੰ ਹਰਟ ਕਰਦੀ ਆ, ਜਿਹੜੇ ਬਾਕੀ ਦੇ ਇੰਨੇ ਚਿਰ ਦੇ ਕਿਸੇ ਮੂਵਮੈਂਟਾਂ ਦੇ ਵਿੱਚ ਆ ਜਾਂ ਉੱਥੇ ਬੈਠੇ ਕੁਰਬਾਨੀਆਂ ਕਰ ਰਹੇ ਆ, ਤੁਸੀਂ ਜਾ ਕੇ ਸਿੱਧੀਆਂ ਕੋਈ ਚੁਣੌਤੀਆਂ ਸਟੇਜ ਤੋਂ ਦੇਣ ਲੱਗ ਜਾਓ ਬਾਕੀ ਦਿਆਂ ਨੂੰ, ਤੇ ਉਹ ਹਰਟ ਕਰਦਾ। ਇਸ ਕਰਕੇ ਅਜੇ ਵੀ ਮੈਂ ਤੇ ਕਹਿੰਦਾ ਕਿ ਬੜੀ ਫਰਾਕ ਦਿਲੀ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਤੇ ਪੰਜਾਬ ਦੀ ਸਾਰੀ 32 ਯੂਨੀਅਨਾਂ ਦੀ ਲੀਡਰਸ਼ਿਪ ਦੀ, ਕਿ ਉਹਨਾਂ ਨੇ ਕਿਹਾ ਕਿ ਜੇ ਪੁਰਾਣੀਆਂ ਗਲਤੀਆਂ ਦਾ ਪਛਤਾਤਾਪ ਇਹਨਾਂ ਨੂੰ ਹੈਗਾ, ਇਹ ਸਾਨੂੰ ਕਹਿਣ ਕਿ ਸਾਨੂੰ ਉਹ ਗਲਤੀਆਂ ਸਾਡੀਆਂ ਗਲਤੀਆਂ ਸੀ, ਤੇ ਉਹ ਆ ਕੇ ਬੋਲਣ। ਪਰ ਨਾਲ ਉਹਨਾਂ ਦਾ ਇਹ ਤੇ ਉਮੀਦ ਕਰਨਗੇ ਨਾ ਕਿ ਤੁਸੀਂ ਇਹੋ ਜਿਹੇ ਸ਼ਬਦ ਕੋਈ ਨਾ ਵਰਤੋ ਜਿਹਦੇ ਨਾਲ ਤੁਸੀਂ ਸਾਨੂੰ ਹੀ ਚੁਣੌਤੀਆਂ ਦੇਣ ਲੱਗ ਜਾਓ ਤੇ ਲੋਕਾਂ ਨੂੰ ਸਾਡੇ ਵਿਰੋਧੀ ਬਗਾਵਤੀ ਸੁਰਾਂ ਸਿਖਾਉਣ ਲੱਗ ਜਾਓ। ਇਹ ਜਿਹੜੀ ਬਾਰ-ਬਾਰ ਪ੍ਰੋਬਲਮ ਆਉਂਦੀ ਹੈ ਸੰਯੁਕਤ ਮੋਰਚੇ ਦੇ ਸਾਂਝੇ ਪਲੇਟਫਾਰਮ ਤੋਂ, ਇਹ ਕਾਫੀ ਦੇਖਣ ਨੂੰ ਆਉਂਦੀ ਹੈ। ਤੇ ਸਾਡੀ ਬੇਨਤੀ ਇਹੀ ਹੈ ਕਿ ਸਾਨੂੰ ਕਿਸੇ ਨਾਲ, ਸਾਨੂੰ ਦਾ ਮਤਲਬ ਕਿਸਾਨਾਂ ਨੂੰ ਵੀ, ਸਾਨੂੰ ਵੀ, ਕਿਸੇ ਨੂੰ ਕੋਈ ਇਹ ਨਹੀਂ ਹੈ। ਪਰ ਜੇ ਤੁਸੀਂ ਇਹ ਹੁਣ ਮੇਰੇ ਉੱਥੇ ਬੈਠਿਆਂ ਹੀ ਸਟੇਜ ਤੋਂ ਲੱਖਾ ਸਿਧਾਣਾ ਜੀ ਕਹਿ ਰਹੇ ਸੀ, ਜੇ ਸਾਨੂੰ ਬੋਲਣ ਨਹੀਂ ਦੇਣਾ ਤੇ ਅਸੀਂ ਫਿਰ ਅਲੱਗ ਸਟੇਜ ਲਾ ਲੈਂਦੇ ਹਾਂ। ਇਹ ਗੱਲਾਂ ਕਰਨੀਆਂ ਸਿਆਣਪ ਦੀ, ਮੈਚਿਓਰਿਟੀ ਵਾਲੀਆਂ ਗੱਲਾਂ ਨਹੀਂ, ਇਹ ਦਾਦਾਗਿਰੀ ਵਾਲੀਆਂ ਗੱਲਾਂ। ਇਹਨੂੰ ਅਵਾਇਡ ਕਰਨਾ ਚਾਹੀਦਾ, ਹੰਬਲ ਹੋ ਕੇ ਜਾਣਾ ਚਾਹੀਦਾ, ਨਿਮਰਤਾ ਨਾਲ ਜਾਣਾ ਚਾਹੀਦਾ। ਦੇਖੋ ਕਿੰਨੇ ਕਰੋੜਾਂ ਲੋਕਾਂ ਦੀਆਂ ਸੁਪਨੇ ਸਜੇ ਹੋਏ ਆ ਇਸ ਮੂਵਮੈਂਟ ਤੋਂ, ਉਮੀਦਾਂ ਆ। ਸਾਡੇ ਜਿਹੜੇ ਕਾਲਰ ਆ, ਕਿੰਨੇ ਵਾਰੀ ਬੀਬੀ ਜੀ ਵੀ ਕਿੰਨੀ ਵਾਰੀ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ, ਅਸੀਂ ਸੋਚਦੇ ਰਹਿੰਦੇ ਆ ਕਿ ਕਦੋਂ ਇਹਨਾਂ ਦਾ, ਸਾਰਿਆਂ ਦੇ ਸੈਂਟੀਮੈਂਟਸ ਇਸ ਤਰ੍ਹਾਂ ਆ ਕਿ ਇੱਕ ਦੇ ਥੋੜੀ ਆ। ਤੇ ਫਿਰ ਆਪਾਂ ਕੋਈ ਬੰਦਾ ਸਟੇਜ ਤੇ ਉੱਠ ਕੇ, ਕੱਲ ਯੋਗਰਾਜ ਨੇ ਕਿਹਾ ਤਾਂ ਲਓ ਜੀ ਹੁਣ ਚੋਣਾਂ ਲੜੀਏ ਜੀ, 117 ਬੰਦੇ ਇਕੱਠੇ ਕਰੋ, ਅਸੀਂ ਇਹਨਾਂ ਨੂੰ ਚਿੱਤ ਕਰਾਂਗੇ। ਹੁਣ ਇਹ ਗੱਲਾਂ ਵੇਖਣ ਨੂੰ ਤੇ ਬਹੁਤ ਸੋਹਣੀਆਂ ਲੱਗਦੀਆਂ, ਪਰ ਯੋਗਰਾਜ ਜੀ ਤੁਹਾਡੀ ਕੰਟਰੀਬਿਊਸ਼ਨ ਕੀ ਹੈ ਇਸ ਮੂਵਮੈਂਟ ਦੇ ਵਿੱਚ? ਤੁਹਾਡੀ ਭੂਮਿਕਾ ਕੀ ਹੈ? ਕੀ ਤੁਹਾਡੇ ਕੋਲ ਕੋਈ ਕਿਸਾਨ ਯੂਨੀਅਨ ਹੈ, ਤੁਸੀਂ ਇੰਜ ਕਹਿ ਰਹੇ ਹੋ? ਤੁਹਾਡੇ ਕੋਲ ਕੋਈ ਟ੍ਰੇਡ ਯੂਨੀਅਨ ਆ? ਤੁਹਾਡੇ ਕੋਲ ਕੀ ਐਕਟਰਾਂ ਦੀ, ਉੱਥੇ ਬੰਬੇ ਦੇ ਐਕਟਰਾਂ ਦੀ ਯੂਨੀਅਨ ਹੈਗੀ ਆ? ਤੁਹਾਡੇ ਪਿੱਛੇ 500-700 ਐਕਟਰ ਹੈਗਾ ਜਿਹਦੇ ਤੁਸੀਂ ਆਧਾਰ ਤੇ ਇਹੋ ਜਿਹੀਆਂ ਵੱਡੇ ਦਮਗਜੇ ਮਾਰਦੇ? ਸਟੇਜ ਤੇ ਆ ਕੇ ਜ਼ਿੰਮੇਵਾਰੀ ਦੇ ਨਾਲ ਬੋਲਣਾ ਚਾਹੀਦਾ।
ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ, ਉਹਨਾਂ ਦੇ ਮੁਤਾਬਕ ਕੰਮ ਕਰਨਾ ਚਾਹੀਦਾ ਕਲੈਕਟਿਵ ਲੀਡਰਸ਼ਿਪ ਦੇ, ਨਾ ਕਿ ਆਪਣੇ ਪ੍ਰੋਗਰਾਮ ਦੇ ਕੇ ਖਲਲ ਪਾ ਕੇ ਤੇ ਆਪਾਂ ਗਾਂ ਜਾਈਏ ਤੇ ਮਗਰੋਂ ਕਿਸਾਨ ਲੀਡਰ ਉਹਦੀਆਂ ਸਫਾਈਆਂ ਪੇਸ਼ ਕਰਦੇ ਫਿਰਨ। ਇੰਜ ਨਹੀਂ ਚਾਹੀਦਾ। ਹਾਂਜੀ ਸ਼ਾਇਦ ਬਿਲਕੁਲ। ਇੱਕ ਕਾਲਰ ਆਪਾਂ ਨੂੰ ਕੰਟੀਨਿਊ ਕਾਲ ਕਰ ਰਹੇ ਨੇ ਪ੍ਰੋਫੈਸਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਜੈਰੀ ਜੀ ਸਤਿ ਸ੍ਰੀ ਅਕਾਲ, ਪ੍ਰੋਫੈਸਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਰ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਤਾਂ ਸਵਾਲ ਵੀ ਹੈ ਤੇ ਇਹਨਾਂ ਤੋਂ ਇਹ ਚੀਜ਼ ਦਾ ਮੈਂ ਥੋੜਾ ਜਿਹਾ ਵਿਸ਼ਲੇਸ਼ਣ ਵੀ ਮੰਗਦਾ, ਕਿਉਂਕਿ ਇਹ ਟੂਰ ਲਾ ਕੇ ਆਇਆ ਇੰਡੀਆ ਦਾ, ਕਿਉਂਕਿ ਕਿਸਾਨੀ ਮੋਰਚੇ ਤੇ ਹੈ। ਮੇਰਾ ਸਵਾਲ ਇਹ ਹੈ ਕਿ ਜਿੱਦਾਂ ਹੁਣ ਪੰਜਾਬ ਬੰਦ ਰਿਹਾ ਪਹਿਲਾਂ, ਪੰਜਾਬ ਬੰਦ ਤੋਂ ਬਾਅਦ ਫਿਰ ਅਸੀਂ ਰੇਲ ਬੰਦ ਚਲਾਈ, ਫਿਰ ਅਸੀਂ ਹੁਣ ਭਾਰਤ ਬੰਦ ਦਾ ਚਲਾਇਆ, ਪਰ ਸਰਕਾਰ ਦੇ ਉੱਤੇ ਪੋਲੀਟੀਕਲੀ ਕੋਈ ਇਹਦਾ ਅਸਰ ਨਹੀਂ ਹੋਇਆ। ਜਦੋਂ ਅਸੀਂ ਮੂਵਮੈਂਟਾਂ ਦੇਖਦੇ ਹਾਂ ਜਾਂ ਪੁਰਾਣੀਆਂ ਮੂਵਮੈਂਟਾਂ ਦੇਖਦੇ ਹਾਂ, ਮੈਂ ਐਗਜ਼ਾਮਪਲ ਜ਼ਰੂਰ ਦੇਵਾਂਗਾ, ਮੈਂ ਕੋਈ ਗਾਂਧੀਵਾਦ ਤਾਂ ਹੈ ਨੀ ਗਾ ਜੀ ਜੀ, ਮੈਂ ਪੜ੍ਹਿਆ ਇਹ ਚੀਜ਼, ਕਿਉਂਕਿ ਮੇਰੀ ਉਮਰ ਇੰਨੀ ਹੈ ਨਹੀਂ, ਮੈਂ ਆਜ਼ਾਦੀ ਵੇਲੇ ਤਾਂ ਹੈ ਨਹੀਂ ਸੀ, ਪਰ ਜਦੋਂ ਆਜ਼ਾਦੀ ਦੇ ਵਿੱਚ ਲਾਸਟ ਮੂਵਮੈਂਟ ਤੇ ਜਾ ਕੇ ਗਾਂਧੀ ਨੇ ਗੋਰਿਆਂ ਨੂੰ ਇਹ ਕਿਹਾ ਕਿ ਜਿਹੜੀ 14 ਨੰਬਰ ਦੀ ਫੌਜ ਸੀ ਸਿੱਖਾਂ ਦੀ ਜ਼ਿਆਦਾ ਪੰਜਾਬੀ ਸੀ, ਸੈਕੰਡ ਵਰਲਡ ਵਾਰ ਲੱਗੀ ਹੋਈ ਹਾਲ ਹੋਇਆ ਪਿਆ, ਫਰੰਟ ਤੇ ਖੜਦਾ ਨਹੀਂ ਸੀਗਾ, ਤੇ ਉਦੋਂ ਉਹਨੇ ਇਹ ਕਿਹਾ ਸੀ ਕਿ ਮੈਂ ਜੇ ਅੱਜ ਕਹਿ ਦੇਵਾਂ ਉਹਨਾਂ ਸਿੱਖਾਂ ਨੂੰ ਜਾ ਕੇ ਇੱਕ ਬਗਾਵਤ ਕਰ ਦਿਓ ਤਾਂ ਤੁਹਾਡੀ ਜਿਹੜੀ ਇਹ ਸੈਕੰਡ ਮੂਵਮੈਂਟ ਆ ਬਾਹਰ ਲੱਗੀ ਹੋਈ ਹੈ ਇਹਦੇ ਚ ਤੁਸੀਂ ਬੈਕਅਪ ਹੋ ਜਾਓਗੇ। ਪਰ ਉਹਦਾ ਅਸਰ ਹੋਇਆ ਭਾਰਤ ਦੀ ਆਜ਼ਾਦੀ ਤੇ। ਇਸੇ ਤਰ੍ਹਾਂ ਜਿਹੜਾ ਇਹ ਅੰਦੋਲਨ ਹੈ, ਏਡਾ ਵੱਡਾ ਰੈਗੂਲੇਸ਼ਨ ਹੈ, ਇਹਦੇ ਜਿਹੜੇ ਆਬਜੈਕਟਿਵ ਆ ਉਹ ਮੈਨੂੰ ਨਹੀਂ ਲੱਗਦੇ ਕਿ ਬਹੁਤ ਕਾਮਯਾਬ ਆ, ਕਿਉਂਕਿ ਉਹ ਸਰਕਾਰ ਤੇ ਕੋਈ ਅਸਰ ਹੀ ਹੈ ਨਹੀਂਗਾ। ਜਿੰਨਾ ਚਿਰ ਸਰਕਾਰ ਦੇ ਢਾਂਚੇ ਤੇ ਫੈਡਰਲੀ ਢਾਂਚੇ ਦੇ ਉੱਤੇ ਕੋਈ ਅਸਰ ਨਹੀਂ ਹੋਊਗਾ, ਉਹਨਾਂ ਚਿਰ ਅਸੀਂ ਜਿੰਨੇ ਮਰਜ਼ੀ ਇਕੱਠ ਕਰੀ ਜਾਈਏ। ਕਿਉਂਕਿ ਜਿੱਦਾਂ ਮੈਂ ਪ੍ਰੋਫੈਸਰ ਸਾਹਿਬ ਦੀ ਡਿਬੇਟ ਸੁਣਦਾ ਸੀ ਭਗਤ ਸਿੰਘ ਦੀ, ਉੱਥੇ ਮੈਨੂੰ ਇਹਨਾਂ ਦੀ ਇੱਕ ਬੜੀ ਵਧੀਆ ਗੱਲ ਲੱਗੀ ਕਿ ਮਾਨਸਿਕਤਾ ਨੂੰ ਉੱਚਾ ਚੱਕੋ ਬੱਚਿਆਂ ਦੇ ਨਾਲ, ਤੇ ਕਿਉਂਕਿ ਸਾਰਾ ਸਮਾਜ ਹੀ ਉਲਝਿਆ ਪਿਆ, ਅਸੀਂ ਇਸ ਕੈਪੀਟਲ ਸਿਸਟਮ ਨੂੰ ਸੁਧਾਰ ਤਾਂ ਨਹੀਂ ਸਕਦੇ, ਪਰ ਅਸੀਂ ਬੰਦੇ ਦੀ ਸੋਚ ਬਦਲ ਸਕਦੇ ਹਾਂ ਜੀ, ਕਿਉਂਕਿ ਸੋਚ ਬਦਲਣ ਦਾ ਯੁੱਗ ਆ ਗਿਆ। ਮੇਰਾ ਹਟਵਾਂ ਸਵਾਲ ਆ ਥੋੜਾ ਜਿਹਾ ਦੂਜੇ ਕਾਲਰਾਂ ਨੂੰ, ਪ੍ਰੋਫੈਸਰ ਸਾਹਿਬ ਇਹ ਨਾ ਸੋਚਣ ਕਿ ਕੈਨੇਡਾ ਦੇ ਵਿੱਚ ਸਾਰੇ ਲੋਕ ਨੌਲੇਜ ਰੱਖਣ ਵਾਲੇ ਹੈ ਨਹੀਂ, ਇੱਥੇ ਵੀ ਬੜੇ ਬੰਦੇ ਹੈਗੇ ਆ ਜਿਹੜੇ ਸਿਸਟਮੈਟਿਕਲੀ ਪੋਲੀਟੀਕਲੀ ਸਾਰੀ ਨੌਲੇਜ ਰੱਖਦੇ ਆ, ਪਰ ਉਹ ਤੁਹਾਡੇ ਵਰਗੇ ਵਿਦਵਾਨਾਂ ਤੋਂ ਇਹ ਜਾਣਨਾ ਜ਼ਰੂਰ ਚਾਹੁੰਦੇ, ਕਿਉਂਕਿ ਅਸੀਂ ਜਾ ਨਹੀਂ ਸਕਦੇ ਉੱਥੇ, ਅਸੀਂ ਮੀਡੀਆ ਰਾਹੀਂ ਗਰਾਊਂਡ ਲੈਵਲ ਨੂੰ ਨਹੀਂ ਜਾਣ ਸਕਦੇ। ਸਾਨੂੰ ਥੋੜੀ ਜਿਹੀ ਗਰਾਊਂਡ ਲੈਵਲ ਦੀ ਜ਼ਰੂਰ ਜਾਣਕਾਰੀ ਦੇ ਕੇ ਜਾਇਆ ਕਰਨ, ਕਿਉਂਕਿ ਇਹਨਾਂ ਦਾ ਜਿਹੜਾ ਟਾਈਮ ਆ ਉਹ ਬੜਾ ਇੰਪੋਰਟੈਂਸ ਹੈ, ਕਿਉਂਕਿ ਬੁੱਧੀ ਮੈਂ ਰਿਸਪੈਕਟ ਕਰਦਾ ਵਿਦਵਾਨਾਂ ਦੀ, ਬੁੱਧੀਜੀਵਾਂ ਦੀ, ਕਿਉਂਕਿ ਐਜੂਕੇਟਡ ਬੰਦੇ ਦੀ ਰਿਸਪੈਕਟ ਕਰਨਾ ਸਾਡਾ ਫਰਜ਼ ਬਣਦਾ। ਉਹ ਰਿਸੋਰਸ ਹੁੰਦੇ ਆ ਸਾਡੇ, ਹਨਾ, ਜਿਹੜੇ ਰਿਸੋਰਸ ਹੁੰਦੇ ਆ ਉਹਨਾਂ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਸੋ ਮੇਰੀ ਇਹਨਾਂ ਪੂਰੇ ਇਹੀ ਬੇਨਤੀ ਹੈ ਕਿ ਇਹਦੇ ਬਾਰੇ ਥੋੜਾ ਜਿਹਾ ਦੱਸਣ ਕਿ ਸਾਨੂੰ ਹੁਣ ਕਿਹੜਾ ਹੋਰ ਐਕਸ਼ਨ ਕਰਨਾ ਚਾਹੀਦਾ, ਜਾਂ ਸਾਡੇ ਕਿਸਾਨ ਵੀਰਾਂ ਨੂੰ, ਕਿਉਂਕਿ ਉਹ ਤਾਂ ਉਹਦੇ ਚ ਹੀ ਉਲਝੇ ਹੋਏ ਆ ਇਕੱਠ ਕਰਨ ਚ, ਤੇ ਹੋਰ ਐਡਵਾਈਜ਼ਰ ਤੋਂ ਬਿਨਾਂ ਤਾਂ ਕੋਈ ਗੱਡੀ ਨਹੀਂ ਚੱਲਦੀ ਹੁੰਦੀ, ਕੋਈ ਵੀ ਮੂਵਮੈਂਟ ਆ ਜਿਹੜੀ ਉਹਦੇ ਚ ਐਡਵਾਈਜ਼ ਆ, ਈਵਨ ਸਰਕਾਰਾਂ ਵੀ ਨਹੀਂ ਚੱਲਦੀਆਂ। ਸੋ ਇਹ ਫੈਡਰਲ ਢਾਂਚੇ ਬਾਰੇ ਕਾਫੀ ਨੌਲੇਜ ਰੱਖਦੇ ਆ, ਸਾਨੂੰ ਢਾਂਚੇ ਦੇ ਪ੍ਰਤੀ ਦੱਸਣ। ਅਸੀਂ ਉਸ ਚੀਜ਼ ਤੇ ਨਹੀਂ ਜਾਂਦੇ ਵੀ ਆਪਾਂ ਉੱਥੇ ਜੀ ਸਟੇਡੀਅਮ ਬਣਾਉਣਾ, ਇਹ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ, ਇਹ ਤਾਂ ਅਸੀਂ ਇੱਥੇ ਸਿੱਖਦੇ ਹਾਂ, ਅਸੀਂ ਵੀ ਇੱਥੇ ਪੜ੍ਹਦੇ ਹਾਂ, ਇੱਥੇ ਰਹਿੰਦੇ ਹਾਂ 40 ਸਾਲ ਦੇ, ਪਰ ਸਾਨੂੰ ਇਹ ਜਿਹਾ ਗਿਆਨ ਜ਼ਰੂਰ ਦੇਣ। ਮੈਂ ਇਹਨਾਂ ਦੀ ਰਿਸਪੈਕਟ ਕਰਦਾ, ਟਾਈਮ ਕੱਢਦੇ ਆਪਦਾ, ਕਿਉਂਕਿ ਟਾਈਮ ਕੱਢਣਾ ਬਹੁਤ ਔਖਾ, ਔਰ ਕੋਈ ਚੰਗੀ ਸਾਨੂੰ ਨੌਲੇਜ ਦੀ ਗੱਲ ਦੱਸਣ ਕਿ ਅੱਜ ਤੋਂ ਬਾਅਦ ਕੀ ਕਿਸਾਨੀ ਮੋਰਚੇ ਦੇ ਵਿੱਚ ਆਬਜੈਕਟਿਵ ਕੀ ਹੈ, ਕਿਉਂਕਿ ਜਿੰਨਾ ਚਿਰ ਫੈਡਰਲ ਢਾਂਚਾ ਨਹੀਂ ਹਿੱਲਦਾ ਉਹਨਾਂ ਚਿਰ ਅਸੀਂ ਸਕਸੈਸ ਨਹੀਂ ਹੋਵਾਂਗੇ। ਸੋ ਮੇਰੇ ਇਹੀ ਵਿਚਾਰ ਆ ਜੀ। ਥੈਂਕ ਯੂ। ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ। ਪ੍ਰੋਫੈਸਰ, ਜਦੋਂ ਵੀ ਕੋਈ ਮੂਵਮੈਂਟ ਲੰਮੀ ਪੈ ਜਾਂਦੀ ਆ ਉਹਦੇ ਲੱਗਣ ਲੱਗ ਜਾਂਦੀ ਹੈ, ਲੱਗਦਾ ਹੈ ਮੂਵਮੈਂਟ ਜਿਹੜੀ ਆ ਹੁਣ ਫਿਰ ਗਈ। ਇਸ ਮੂਵਮੈਂਟ ਦਾ ਜੇ ਐਨਾਲਿਸਿਸ ਕਰੋ ਤੇ ਇਹ ਬੜੇ ਹੀ ਹੰਬਲ ਤਰੀਕੇ ਨਾਲ ਪਹਿਲਾਂ ਸਕੈਟਰਡ ਜੇ ਢੰਗ ਨਾਲ ਸ਼ੁਰੂ ਹੋਈ ਸੀਗੀ, 32 ਯੂਨੀਅਨਾਂ ਇਕੱਠੀਆਂ ਵੀ ਨਹੀਂ ਸੀਗੀਆਂ, ਔਰ ਇਹੀ ਸੀਗਾ ਮਾੜਾ ਮੋਟਾ ਆਪਣੀ ਜਗ੍ਹਾ ਤੇ ਕਹਿ ਰਹੇ ਸੀ ਤਿੰਨੇ ਕਾਨੂੰਨ ਵਾਪਸ ਲਓ। ਇਹ ਬਿਲਕੁਲ ਕਿਸੇ ਨੂੰ ਉਮੀਦ ਨਹੀਂ ਸੀ ਕਿ ਤਿੰਨੇ ਕਾਨੂੰਨ ਵਾਪਸ ਪੰਜਾਬ ਦੇ ਫਾਰਮਰ ਕਰਾਉਣ ਬਾਰੇ ਸੋਚ ਸਕਦੇ ਆ ਸੀਰੀਅਸਲੀ। ਇਹ ਇੰਨਾ ਸ਼ੁਰੂਆਤੀ ਦੌਰ 'ਚ ਨਹੀਂ, ਜਦੋਂ ਇਕੱਠੀਆਂ ਹੋ ਗਈਆਂ ਫਿਰ ਇਹਨਾਂ ਨੂੰ ਥੋੜੀ ਥੋੜੀ ਉਮੀਦ ਵੱਜਣੀ ਹੋ ਗਈ। ਫਿਰ ਜਦੋਂ 2.5 ਮਹੀਨੇ ਰੇਲ ਦੇ ਟਰੈਕ ਤੇ ਬੈਠੇ, ਕੋਈ ਛੋਟੀ ਗੱਲ ਨਹੀਂ ਹੈ ਕਿ ਰੇਲ ਨੂੰ ਪੰਜਾਬ ਦੇ ਵਿੱਚ ਵੜਨ ਨਾ ਦੇਣਾ, 2.5 ਮਹੀਨੇ ਬੈਠੇ ਰਹਿਣਾ ਬਹੁਤ ਵੱਡੀ ਗੱਲ ਹੈ। ਰੇਲ ਤੇ ਤੁਸੀਂ 2 ਘੰਟੇ ਨਹੀਂ ਰੋਕ ਸਕਦੇ, ਰੋਕ ਕੇ ਰੱਖੀ। ਇਹ ਫਿਰ ਪੰਜਾਬ ਦੇ ਵਿੱਚ ਜਦੋਂ ਸਾਡੀ ਮੂਵਮੈਂਟ ਕੰਸੋਲੀਡੇਟ ਹੋ ਗਈ, ਫਿਰ ਸਾਨੂੰ ਇਹ ਸੀ ਵੀ ਅਸੀਂ ਇਕੱਲੇ ਤੇ ਨਹੀਂ ਲੜ ਸਕਦੇ, ਤੇ ਵੱਡਾ ਮਕਾਮ ਹੈਗਾ। ਉਹਦੇ ਚ ਹਰਿਆਣਾ ਸ਼ਾਮਲ ਹੋਇਆ, ਹਰਿਆਣਾ ਏਡੇ ਵੱਡੇ ਪੱਧਰ ਤੇ ਸ਼ਾਮਲ ਹੋਇਆ ਕਿ ਸਾਡੇ ਨਾਲੋਂ ਵੀ ਕਿਤੇ ਪਾਸਿਓਂ ਘੱਟ ਨਹੀਂ ਹੈਗਾ। ਉਹ ਤੇ ਬਿਲਕੁਲ ਹੀ
ਖੱਟਰ ਦੀ ਵੀ ਖਾਟ ਖੜੀ ਕੀਤੀ ਹੈ, ਜਾਣੀ ਉਹ ਬਾਹਰ ਆ ਕੇ ਰੈਲੀ ਨਹੀਂ ਕਿਤੇ ਕੋਈ ਕਰ ਸਕਦਾ। ਫਿਰ ਅਸੀਂ ਪੱਛਮੀ ਯੂਪੀ 'ਚ ਵੀ ਚਲੇ ਗਏ, ਉੱਥੇ ਵੀ 18 ਜਿਹੜੀਆਂ ਕਾਂਸਟੀਚੁਐਂਸੀਜ਼ ਜਾਂ ਪਾਰਲੀਮੈਂਟ ਦੀਆਂ ਉਹਦੇ 'ਚ ਫੈਲੇ ਹੋਏ ਆ, ਹੋਰਨਾਂ ਜਗ੍ਹਾ ਤੇ ਵੀ। ਹੁਣ ਅਸੀਂ ਬਾਕੀ ਸਾਰੇ ਦੇਸ਼ਾਂ 'ਚ ਸਾਰੇ ਸੂਬਿਆਂ ਦੇ ਵਿੱਚ ਜਾ ਰਹੇ ਹਾਂ। ਰਾਜਸਥਾਨ 'ਚ ਵੀ ਸਾਡੀ ਕਾਫੀ ਵੱਡੀ ਐਂਟਰੀ ਹੈ, ਮੱਧ ਪ੍ਰਦੇਸ਼ ਉੜੀਸਾ ਦੇ ਵਿੱਚ ਵੱਡੀਆਂ ਰੈਲੀਆਂ ਹੋ ਕੇ ਹਟੀਆਂ। ਜਿਹੜਾ ਵੱਡੇ ਕੰਮ ਜਿੰਨੇ ਹੋਣ, ਜਿਹੜੀ ਮੋਦੀ ਦੀ ਸਰਕਾਰ ਦਾ ਸੈਂਟਰਲ ਐਕਟ ਦਾ ਵਾਪਸ ਕਰਾਉਣਾ, ਆਪਾਂ ਲਗਾਤਾਰ ਸਾਡਾ ਦਬਾਅ ਵੱਧ ਰਿਹਾ, ਲਗਾਤਾਰ ਫੈਲਾਅ ਵੀ ਹੋ ਰਿਹਾ ਆ, ਲਗਾਤਾਰ ਸਾਡੀ ਚੜ੍ਹਤ ਵੀ ਹੈ। ਈਵਨ ਮੋਰਚਿਆਂ 'ਚ ਵੀ ਰੌਣਕਾਂ ਪੂਰੀਆਂ ਬਰਕਰਾਰ ਆ। ਮੈਨੂੰ ਰਾਤੀ ਬੰਦਾ, ਮੇਰੇ ਕੋਲ ਸਾਡਾ ਸਟੂਡੈਂਟ ਆ, ਵਕੀਲ ਆ, ਉਹ ਉੱਥੇ 3 ਮਹੀਨੇ ਹੋਏ ਅਸੀਂ ਰਲ ਮਿਲ ਕੇ ਉਹਨੂੰ ਉੱਥੇ ਬਿਠਾਇਆ। ਮੈਂ ਕਿਹਾ ਦਲਿਤ ਭਾਈਚਾਰੇ ਦਾ ਵੀ ਉੱਥੇ ਸ਼ਮੂਲੀਅਤ ਚਾਹੀਦੀ ਆ, ਉਹਨੇ ਇੱਕ ਲਾਇਬ੍ਰੇਰੀ ਖੋਲੀ ਹੈ। ਮੇਰੀ ਬੇਨਤੀ ਇਹ ਹੈਗੀ ਹੈ ਕਿ ਇੱਕ ਤੇ ਆਪਾਂ ਕੋਈ ਕਾਹਲੇ ਨਾ ਪਈਏ ਕਿ ਛੇਤੀ ਕੁਛ ਹੋਵੇ। ਹਾਂ, ਬਾਕੀ ਦੇ ਜਿਹੜੇ ਕੰਸਰਨ, ਇਹਨਾਂ ਨੇ 2 ਗੱਲਾਂ ਕਈਆਂ ਤੇ ਬੜੀਆਂ ਇੰਜ ਮਤਲਬ ਸਿੱਧੇ ਤੌਰ ਤੇ ਨਹੀਂ ਕਹੀਆਂ, ਪਰ ਕਈਆਂ। ਇੱਕ ਗੱਲ ਤੇ ਹੈ ਕਿ ਤੁਰੇ ਫਿਰਦੇ ਆ, ਬਿਲਕੁਲ ਠੀਕ ਹੈ ਕਿ ਤੁਰੇ ਫਿਰ ਨਾਲੋਂ ਕੰਸੈਂਟਰੇਟਡ ਐਫਰਟ ਦੀ ਵੀ ਲੋੜ ਹੈਗੀ ਆ। ਜੇ ਤੁਸੀਂ ਬਾਹਰ ਸਾਰੇ ਦੇਸ਼ 'ਚ ਜਾਂਦੇ ਆ, ਜਿੱਥੇ ਮੋਰਚਾ, ਜਿੱਥੇ ਬੇਗਮਪੁਰਾ ਸ਼ਹਿਰ ਵਸਾਇਆ, ਉੱਥੇ ਵੀ ਹਿਲਜੁਲ ਜ਼ਿਆਦਾ ਚਾਹੀਦੀ ਆ, ਉਹ ਸਾਨੂੰ ਵੀ ਘੱਟ ਲੱਗਦੀ। ਦੂਜੀ ਗੱਲ, ਫਿਰ ਇੱਥੇ ਕਿੰਨੀ ਦੇਰ ਹੋਰ ਬੈਠੇ ਰਹੋਗੇ? ਕੋਈ ਇਹਦਾ ਹੱਲ ਤੇ ਕੱਢਣਾ ਪਊਗਾ, ਹੈ ਨਾ। ਉਹਦਾ ਹੱਲ ਦਾ ਅਸੀਂ ਕਹਿੰਦੇ ਆ ਕਿ ਦਬਾਓ ਜਿਹੜਾ ਲਗਾਤਾਰ, ਉਹਨਾਂ ਨੇ ਗਾਂਧੀ ਦਾ ਐਗਜ਼ਾਮਪਲ ਦਿੱਤੀ, ਸੈਕੰਡ ਵਰਲਡ ਵਾਰ ਦੀ ਦਿੱਤੀ। ਮੇਰਾ ਇੱਥੇ ਇਹ ਹੈ ਕਿ ਅੱਜ ਮੈਂ ਕੁਝ ਚੈਨਲਾਂ ਤੇ ਅੱਜ ਵੀ ਬੋਲ ਕੇ ਹਟਿਆ, ਤੇ ਬਹੁਤ ਦੇਰ ਪਹਿਲਾਂ ਤੋਂ ਵੀ ਇਹ ਗੱਲ ਦਾ ਸੁਜੈਸ਼ਨ ਸਾਡੀ ਲੀਡਰਸ਼ਿਪ ਨੂੰ ਦੇ ਰਿਹਾ। ਪਰਸੋਂ ਸਾਡੀ ਰੈਲੀ ਆ, ਉਹਦੇ 'ਚ ਫਿਰ ਉਹ ਲੀਡਰ ਰਾਜੇਵਾਲ ਸਾਹਿਬ ਹੋਰ ਮਿਲਣਗੇ, ਉਹਨਾਂ ਨੂੰ ਇੱਕ ਵਾਰੀ ਫਿਰ ਮੈਂ ਤਾਕੀਦ ਕਰੂੰਗਾ। ਉਹ ਇਹ ਕਹੂੰਗਾ ਕਿ ਆਪਾਂ ਨੂੰ ਜੇਲ੍ਹ ਭਰੋ ਅੰਦੋਲਨ ਹੌਲੀ ਹੌਲੀ ਸ਼ੁਰੂ ਕਰਨਾ ਚਾਹੀਦਾ। ਟਿਕਰੀ ਸਿੰਘੂ ਬਾਰਡਰ ਤੋਂ, ਗਾਜ਼ੀਪੁਰ ਤੋਂ ਬਾਰਡਰ ਤੋਂ, ਕੁੱਲ ਮਿਲਾ ਕੇ ਭਾਵੇਂ 100 ਜਾਂ 200 ਜਾਂ 125 ਜਾਂ 250 ਐਨ ਹਾਰ ਸ਼ਿੰਗਾਰ ਕੇ, ਸੋਹਣੇ ਕੱਪੜੇ ਪਾ ਕੇ, ਝੰਡੇ ਬੁੰਗੇ ਚੁੱਕ ਕੇ ਆਪਣੇ, ਤੇ ਰੋਜ਼ ਮਾਰਚ ਕਰਕੇ ਪੈਦਲ ਦਿੱਲੀ ਵੱਲ ਨੂੰ, ਭਾਵੇਂ ਉਹ ਤੁਸੀਂ ਜੰਤਰ ਮੰਤਰ ਜਾ ਕੇ ਅਰੈਸਟ ਦਿਓ, ਭਾਵੇਂ ਤੁਸੀਂ ਸਿੱਧੀ ਜਿਹੜੀ ਤਿਹਾੜ ਜੇਲ੍ਹ ਭਰੋ। ਇਹ ਨਾਰਾ ਹੋਣਾ ਚਾਹੀਦਾ, ਤਿਹਾੜ ਜੇਲ੍ਹ ਨੂੰ ਭਰੋ। ਇਸ ਕਿਸਮ ਦਾ ਸ਼ੁਰੂ ਕਰ ਦੇਣਾ ਚਾਹੀਦਾ। ਇੱਕ ਸੁਜੈਸ਼ਨ ਹੈਗਾ, ਕੋਈ ਅਸੀਂ ਆਪਣੇ ਆਪ ਨੂੰ ਬਹੁਤ ਸਿਆਣਪ ਦਾ ਨਹੀਂ ਦੱਸ ਰਹੇ ਕਿ ਕਲੈਕਟਿਵ ਵਿਜ਼ਡਮ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਆ, ਉਹ ਅਸੀਂ ਉਹਨਾਂ ਨਾਲੋਂ ਜ਼ਿਆਦਾ ਸਿਆਣੇ ਨਾ। ਇਹੋ ਜਿਹਾ ਕੁਝ ਵੀ 10 ਹੋਰ ਵਿਕਲਪ ਹੋ ਸਕਦੇ ਆ। ਇਹ ਇੱਕ ਵਿਕਲਪ ਮੈਂ ਕਹਿ ਰਿਹਾ ਕਿ ਇਹ ਗੱਲ ਦਾ ਇਨ ਪ੍ਰਿੰਸੀਪਲ ਮੈਂ ਐਗਰੀ ਕਰਦਾ ਜਿਹੜੇ ਸਾਡੇ ਕਾਲਰ ਭਾਈ ਹੈਗੇ ਆ, ਕਿ ਇਸ ਨੂੰ ਨਵਾਂ ਮੋੜ ਕਿਹਦਾ ਦਿੱਤਾ ਜਾਏ ਜਿਹੜਾ ਤੇ ਇੱਕ ਲੋਕਾਂ ਦੀ ਦਿਲਚਸਪੀ ਬਣੀ ਰਹੇ, ਉਹਨਾਂ ਦਾ ਮੀਡੀਆ ਦੇ ਵਿੱਚ ਵੀ ਅਸੀਂ ਛਾਏ ਰਹੀਏ, ਮੀਡੀਆ ਨੂੰ ਨਵੀਂ ਰੋਜ਼ ਖਬਰ ਮਿਲੇ, ਇੱਕ ਨਵੀਂ ਕਿਸਮ ਦੀ ਤਾਜ਼ਗੀ ਆਏ, ਔਰ ਦੂਸਰਾ ਜਿਹਦੇ ਨਾਲ ਤਕਲੀਫ ਵੀ ਗੌਰਮੈਂਟ ਦੀ ਵਧੇ। ਤੇ ਮੈਨੂੰ ਲੱਗਦਾ ਕਿ ਜੇ ਇਹ ਕੁਛ ਦੇਰ ਲਈ ਆਪਾਂ ਉਪਰਾਲਾ ਜੇਲ੍ਹ ਭਰੋ ਵਾਲਾ ਚਲਾਈਏ, ਤੇ ਸਾਰੇ ਸਮੁੱਚੇ ਦੇਸ਼ ਤੋਂ ਅਲੱਗ-ਅਲੱਗ ਜਗ੍ਹਾ ਤੋਂ ਜੱਥੇ ਆ ਕੇ ਅੰਦਰ ਜਾਣੇ ਸ਼ੁਰੂ ਕਰਨ, ਇੱਕ ਤੇ ਦੇਸ਼ ਵਿਆਪੀ ਮੂਵਮੈਂਟ ਵੀ ਬਣੂਗੀ। 200-250 ਬੰਦਾ ਮਹਾਰਾਸ਼ਟਰ ਚੋਂ ਆਉਣਾ ਕੋਈ ਵੱਡੀ ਗੱਲ ਨਹੀਂ, 200-250 ਗੁਜਰਾਤ ਚੋਂ ਆਉਣਾ ਕੋਈ ਵੱਡੀ ਗੱਲ ਨਹੀਂ, ਕੇਰਲਾ ਚੋਂ ਆਉਣਾ ਕੋਈ ਵੱਡੀ ਗੱਲ ਨਹੀਂ। ਅਸੀਂ ਆਪਣੇ ਪੰਜਾਬ ਤੋਂ ਲਗਾਤਾਰ ਸਪਲਾਈ ਕਰ ਸਕਦੇ ਬੰਦੇ, ਕੋਈ ਵੱਡੀ ਗੱਲ ਨਹੀਂ। ਅੰਦਰ ਜਾ ਕੇ ਐਜੂਕੇਟ ਹੋਣਗੇ ਸਾਡੇ ਬੰਦੇ। ਉਹ ਉੱਥੇ ਜੇ ਮੈਂ ਜਾ ਕੇ ਬੈਡਮਿੰਟਨ ਜਿਹੜਾ 72 'ਚ ਸਿੱਖਿਆ ਸੀ, ਜੇਲ੍ਹ 'ਚ ਅੱਜ ਤੱਕ ਖੇਡਦਾ, ਤੇ ਉਰਦੂ ਮੈਂ ਅੰਦਰ ਜੇਲ੍ਹ 'ਚ ਸਿੱਖਿਆ ਸੀ, ਲਾਇਬ੍ਰੇਰੀ ਜੇਲ੍ਹ ਦੀ ਚੋਂ, ਉਹ ਹੁਣ ਮੈਂ ਪੜ੍ਹ ਲੈਣਾ, ਤੇ 2 ਮਹੀਨੇ ਇੰਨੇ ਕੰਮ ਕਰ ਮੇਰੇ ਜ਼ਿੰਦਗੀ ਦੇ ਨਾਲ। ਇਹ ਜਿਹੜੇ ਬੱਚੇ ਜਾਂ ਨੌਜਵਾਨ ਸਾਰੇ ਅੰਦਰ ਜਾਣਗੇ, ਅੰਦਰੋਂ ਬਹੁਤ ਕੁਝ ਸਿੱਖ ਕੇ ਆਉਣਗੇ। ਜੇਲ੍ਹਾਂ 'ਚ ਵੀ ਬਹੁਤ ਕੁਝ ਪਾਉਣ ਲਈ ਹੈਗਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਤਿਆਰੀਆਂ ਕਰਕੇ ਉਸ ਪਾਸੇ ਨੂੰ ਦਬਾਅ ਪਾਉਣ ਲਈ ਕੁਝ ਨਾ ਕੁਝ ਕਰਨਾ ਚਾਹੀਦਾ। ਨਹੀਂ ਤੇ ਕੁਝ ਹੋਰ ਵੀ ਐਕਸ਼ਨ ਸੋਚੇ ਜਾ ਸਕਦੇ ਜੇ ਸਾਡੇ ਵੀਰਾਂ ਕੋ ਹੋਣ ਕੋਈ ਹੋਰ ਇਹੋ ਜਿਹੇ ਇਸ ਮੂਵਮੈਂਟ ਨੂੰ ਨਵਾਂ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧਾਉਣ ਦਾ ਤਰੀਕਾ। ਉਹ ਸਾਨੂੰ ਸੁਜੈਸ਼ਨ ਦੱਸਣੇ ਵੀ ਚਾਹੀਦੇ ਆ, ਵੈਲਕਮ ਹੋਣਗੇ। ਉਹ ਹੌਲੀ ਹੌਲੀ ਕਿਸਾਨ ਲੀਡਰਸ਼ਿਪ ਕੋਲ ਵੀ ਪਹੁੰਚ ਜਾਣਗੇ। ਹਾਂਜੀ ਸ਼ਹਿਰੀ ਜੀ ਬਿਲਕੁਲ। ਸੋ ਕੁਝ ਕਾਲਰਸ ਕਾਲ ਕਰ ਰਹੇ ਸੀਗੇ, ਮਾਫ ਕਰਨਾ ਗੱਲ ਕੰਪਲੀਟ ਹੋ ਰਹੀ ਸੀਗੀ ਤੇ ਮੈਂ ਉਹਨਾਂ ਦੀ ਕਾਲ ਪਿਕ ਨਹੀਂ ਕਰ ਪਾਈ, ਦੁਬਾਰਾ ਕਾਲ ਕਰ ਸਕਦੇ ਨੇ। ਪ੍ਰੋਫੈਸਰ ਸਾਹਿਬ, ਆਪਾਂ ਆਖਿਰ ਦੇ ਵਿੱਚ ਡੀਐਸਜੀਐਮਸੀ ਚੋਣਾਂ ਦੀ ਵੀ ਗੱਲ ਕਰ ਲਈਏ। ਫੂਲਕਾ ਸਾਹਿਬ ਦੀ ਕਾਨਫਰੰਸ ਵੈਸੇ ਤਾਂ ਸੁਣਨੀ ਸੀਗੀ, ਪਰ ਹੁਣ ਆਪਣੇ ਕੋਲ ਸਮਾਂ ਥੋੜਾ ਹੈ। ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਵੀ ਦਿੱਲੀ ਅਦਾਲਤ ਨੇ ਜਿਸ ਤਰੀਕੇ ਨਾਲ ਕਿਹਾ ਵੀ ਹੁਣ ਜਿਹੜੀ ਧਾਰਮਿਕ ਪਾਰਟੀ ਹੋਏਗੀ ਉਹੀ ਜਿਹੜੀ ਹੈ ਚੋਣ ਲੜ ਸਕਦੀ ਹੈ। ਸਿਆਸੀ ਪੱਧਰ ਦੇ ਉੱਤੇ ਜਿਹੜੀ ਸਿਆਸੀ ਪਾਰਟੀ ਜਿਹੜੀ ਹੋਏਗੀ ਉਹ ਚੋਣਾਂ ਨਹੀਂ ਲੜੇਗੀ। ਸਭ ਤੋਂ ਵੱਡਾ ਝਟਕਾ ਇਸ ਵੇਲੇ ਬਾਦਲ ਅਕਾਲੀ ਦਲ ਨੂੰ ਲੱਗਿਆ। ਸੋ ਕਿਵੇਂ ਵੇਖਦੇ ਹੋ ਇਸ ਫੈਸਲੇ ਨੂੰ? ਹੁਣ ਤਾਂ ਉਹਨਾਂ ਲਈ ਬੜੀ ਮੁਸ਼ਕਿਲ ਦੀ ਘੜੀ ਆ ਗਈ ਹੋਏਗੀ।
ਸ਼ਰੀ ਇਹ ਤਾਂ ਬਹੁਤ ਪੁਰਾਣੀ ਕੰਟਰੋਵਰਸੀ ਸੀ। ਦੋ ਕਿਸਮ ਦੇ ਕਨਸਟੀਟਿਊਸ਼ਨ, ਇੱਕ ਤੇ ਐਸਜੀਪੀਸੀ ਜਦੋਂ ਚੋਣਾਂ ਲੜਨੀਆਂ ਉਦੋਂ ਇਹ ਤੇ ਕਿ ਅਸੀਂ ਧਾਰਮਿਕ ਆ, ਜਦੋਂ ਇਲੈਕਸ਼ਨ ਕਮਿਸ਼ਨ ਹੈ ਕਿਉਂਕਿ ਧਾਰਮਿਕ ਪਾਰਟੀ ਤੁਸੀਂ ਸਿੱਧੀ ਹੋ ਨਹੀਂ ਸਕਦੇ ਤਾਂ ਉਦੋਂ ਤੁਸੀਂ ਸੈਕੂਲਰ ਪਾਰਟੀ ਹੈ ਨਾ। ਤਾਂ ਇਹ ਜਿਹੜੇ ਕਾਫੀ ਕੰਟਰੋਵਰਸੀ ਹੈ ਪੁਰਾਣੀ ਸੀਗੀ। ਖੇੜਾ ਸਾਹਿਬ ਨੇ ਇੱਕ ਕੇਸ ਕੀਤਾ ਹੋਇਆ ਸੀ ਇਹਨਾਂ ਤੇ, ਉਹਦਾ ਵੀ ਇਹੋ ਜਿਹੀ ਕੋਰਟ ਦੇ ਵਿੱਚ ਸੀਗਾ। ਕੋਈ ਕਾਲ ਆ ਗਈ ਹੈ ਜੀ? ਬਿਲਕੁਲ, ਇੱਕ ਕਾਲ ਆਪਾਂ ਪਿਕ ਕਰ ਲਈਏ। ਕਾਫੀ ਦੇਰ ਤੋਂ ਇਹ ਕਾਲਰ ਆਪਾਂ ਨੂੰ ਕਾਲ ਕਰ ਰਹੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਆਪਣੇ ਕੋਲ ਬਹੁਤ ਘੱਟ ਸਮਾਂ ਹੈ, ਥੋੜੇ ਸ਼ਬਦਾਂ ਚ ਆਪਣੀ ਗੱਲ ਕੰਪਲੀਟ ਕਰ ਦਿਓ। ਮੈਂ ਤਾਂ ਸਿਰਫ ਇਹ ਦੋ ਗੱਲਾਂ ਕਹਿਣੀਆਂ ਸੀ ਤੁਹਾਨੂੰ ਬਸ। ਉਹ ਜੇ ਆਪਣੇ ਟਕੈਤ ਹੁਣ ਜਿਹੜੇ ਉਹ ਕਹਿੰਦੇ ਭਾਸ਼ਣ ਦਿੱਤਾ ਤਾਂ ਉਹ ਕਹਿੰਦੇ ਉਹਨਾਂ ਨੇ ਇਹ ਭੜਕਾਊ ਭਾਸ਼ਣ ਦਿੱਤਾ ਜੀ। ਉਹਨਾਂ ਨੇ ਜਦੋਂ ਉਹਨੇ ਕਿੱਲ ਗੱਡੇ ਸੀਗੇ ਉਦੋਂ ਨਹੀਂ ਉਹ ਭੜਕਾਊ ਸੀਗੇ। ਤੇ ਜਦੋਂ ਤੁਸੀਂ ਬਾਰਿਸ਼ ਦੇ ਵਿੱਚ ਬਾਹਰ ਜਾਓ ਤਾਂ ਛਤਰੀ ਤਾਂ ਲੈਣੀ ਪੈਂਦੀ ਆ, ਪੈਰ 'ਚ ਖੰਡਾ ਚੁੱਭੇ ਤਾਂ ਸ਼ੂ ਪਾਉਣੇ ਪੈਂਦੇ ਆ। ਇਹਦਾ ਮਤਲਬ ਉਹ ਨਹੀਂ ਵੀ ਉਹ ਭੜਕਾਊ ਬਿਆਨ ਦਿੰਦਾ ਤੇ ਗਵਰਨਮੈਂਟ ਕੁਛ ਨਹੀਂ ਕਰਦੀ। ਪਰ ਗਵਰਨਮੈਂਟ ਨੇ ਜੋ ਕੁਛ ਕੀਤਾ ਉਹ ਨਹੀਂ, ਉਹਦੇ ਬਾਰੇ ਕੁਛ ਨਹੀਂ ਹੁੰਦਾ, ਹਨਾ। ਜੀ ਪ੍ਰੋਫੈਸਰ ਸਾਹਿਬ ਜੀ, ਕਈ ਕਾਲਰ ਲੱਗਦਾ ਬਹੁਤ ਗੁੱਸੇ ਦੇ ਵਿੱਚ ਕਾਲ ਕਰਦੇ ਨੇ, ਬਹੁਤ ਜ਼ਿਆਦਾ ਭਰੇ ਹੁੰਦੇ ਨੇ। ਹਾਲਾਂਕਿ ਮੈਨੂੰ ਇਹਨਾਂ ਦੀ ਥੋੜੀ ਜਿਹੀ ਗੱਲ ਇੰਨੀ ਸਮਝ ਨਹੀਂ ਪਈ, ਜੇ ਤੁਸੀਂ ਸਮਝਾ ਸਕਦੇ ਹੋ ਤਾਂ ਪਲੀਜ਼। ਮੈਨੂੰ ਪੂਰੀ ਸਮਝ ਪੈ ਗਈ ਹੈ ਜੀ। ਉਹ ਕਹਿੰਦੇ ਆ ਵੀ ਸਰਕਾਰ ਜੇ ਅਪਰੈਸਿਵ ਹੈਗੀ ਆ, ਅਗਰੈਸਿਵ ਹੈਗੀ ਆ, ਜਾਨੀ ਲੋਕਾਂ ਨੂੰ ਕੁੱਟਦੀ ਆ, ਮਾਰਦੀ ਆ, ਹਮਲਾ ਵੀ ਕਰਦੀ ਆ, ਫਿਰ ਜੇ ਅਸੀਂ ਕਰ ਲਿਆ ਤਾਂ ਫਿਰ ਕੀ ਹੋ ਗਿਆ? ਇਹ ਸਾਨੂੰ ਨਹੀਂ, ਇਹ ਮੈਂ ਇਹਨਾਂ ਨੂੰ ਇੰਨਾ ਗੱਲ ਕਹਿ ਦਿਆਂ, ਟਕੈਤ ਦੀ ਅਪਰੋਚ ਤੇ ਪਰਸਨੈਲਿਟੀ ਜਿਹੜੀ ਆ ਥੋੜੀ ਜੀ ਕਈ ਵਾਰੀ ਡਿਸਪ੍ਰੋਪੋਰਸ਼ਨੇਟ ਹੋ ਜਾਂਦੀ। ਉਹ ਆਪਣੀ ਵੱਲੋਂ ਹੀ ਕੋਈ ਤਰੀਕ ਨਿਸ਼ਚਿਤ ਕਰ ਦਿੰਦੇ ਆ, ਜੇ ਅਸੀਂ 2 ਅਕਤੂਬਰ ਤੱਕ ਇੱਥੇ ਬੈਠਾਂਗੇ, ਹੁਣ ਕਹਿੰਦੇ ਜੇ ਅਸੀਂ ਦਸੰਬਰ ਤੱਕ ਇੱਥੇ ਬੈਠਾਂ। ਕੀ ਗੱਲ, ਇੱਥੇ ਕੋਈ ਅਸੀਂ ਇੱਥੇ ਮੌਜ ਮੇਲਾ ਕਰਨਾ ਹੈ ਵੀ ਇੱਥੇ ਬਹਿਣ ਆਏ ਆ ਜਾਂ ਲੜਾਈ ਕਰਨਾ ਆਏ ਆ? ਅਸੀਂ ਤੇ ਚਾਹੁੰਦੇ ਆ ਕਿ ਅਸੀਂ ਛੇਤੀ ਛੇਤੀ ਵਾਪਸ ਜਾਈਏ, ਪਰ ਅਸੀਂ ਮੰਗਾਂ ਮਨਵਾ ਕੇ ਜਾਣੀਆਂ। ਤੇ ਇਸ ਲਈ ਕਈ ਵਾਰੀ ਕੋਈ ਇਹੋ ਜਿਹੇ ਬਿਆਨ ਦੇ ਦਿੰਦੇ ਆ, 40 ਲੱਖ ਟਰੈਕਟਰ ਜਿਹੜੇ ਆ ਜੀ ਅਸੀਂ ਦਿੱਲੀ ਦੇ ਵਿੱਚ ਲਿਆਵਾਂਗੇ। 40 ਲੱਖ ਟਰੈਕਟਰ ਪਤਾ ਨਹੀਂ ਭਾਰਤ ਵਿੱਚ ਹੈ ਵੀ ਆ ਕਿ ਨਹੀਂ ਹੈਗੇ, ਹੈ ਨਾ। ਇੰਨੇ ਟਰੈਕਟਰ ਜਿੰਨੇ ਕ ਅਸੀਂ ਪਹਿਲਾਂ ਗਏ ਸੀ ਉਹ ਤੇ ਸਾਂਭ ਨਹੀਂ ਸਕੇ 26 ਜਨਵਰੀ ਨੂੰ। ਉਹਨਾਂ ਦੀ ਕੰਨਾਂ ਨੂੰ ਹੱਥ ਲਵਾਤੇ, ਹੋਰ ਲਿਆ ਕੇ ਤੁਸੀਂ ਕੀ ਕਰੋਗੇ? ਤੇ ਕਈ ਵਾਰੀ ਉਹ ਜਾਣੀ ਵਾਧੂ ਡਿਸਪ੍ਰੋਪੋਰਸ਼ਨੇਟ ਗੱਲਾਂ ਕਰ ਜਾਂਦੇ ਆ। ਉਹਦੇ ਨਾਲ ਸਮੁੱਚੀ ਲੀਡਰਸ਼ਿਪ ਨੂੰ ਜਵਾਬ ਦੇਣਾ ਕਈ ਵਾਰੀ ਜਦੋਂ ਮੀਡੀਆ ਪੁੱਛਦਾ ਵੀ ਆਹ ਤੁਹਾਡਾ ਟਕੈਤ ਨੇ ਕਿਹਾ, ਉਹ ਥੋੜਾ ਜਿਹਾ ਔਖਾ ਹੋ ਜਾਂਦਾ। ਮੇਰਾ ਖਿਆਲ ਹੈ ਕਿ ਕਹੋ ਜੋ ਮਰਜੀ, ਅਸੀਂ ਕਿਤੇ ਘੱਟ ਕਹਿੰਦੇ ਆ, ਬਹੁਤ ਕੁਝ ਕਹਿੰਦੇ ਆ, ਹਰ ਇੱਕ ਨੂੰ ਜਿੰਨਾ ਕਹਿਣਾ ਹੁੰਦਾ ਕਹਿੰਦੇ ਆ। ਤੇ ਕੱਲ ਨੂੰ ਇਹੋ ਜਿਹਾ ਨਾ ਹੋਵੇ ਕਿ ਸਾਨੂੰ ਜਵਾਬ ਦੇਣੇ ਆਪਣੇ ਹੀ ਸ਼ਬਦਾਂ ਦੇ, ਆਪਣੇ ਹੀ ਭਾਸ਼ਣਾਂ ਦੇ, ਲੋਕਾਂ 'ਚ, ਪਬਲਿਕ ਦੇ ਵਿੱਚ, ਪਾਰਲੀਮੈਂਟ 'ਚ ਜਾਂ ਹੋਰ ਕਿਤੇ ਵੀ ਜਿੱਥੇ ਵੀ ਤੁਹਾਨੂੰ ਭਾਸ਼ਣ ਦੇਣਾ, ਮੀਡੀਆ ਦੇ ਸਾਹਮਣੇ ਜਵਾਬ ਦੇਣੇ ਔਖੇ ਨਾ ਹੋ ਜਾਣ। ਬਸ ਇੰਨੀ ਗੱਲ ਹੈ, ਬਾਕੀ ਸਭ ਠੀਕ ਹੈਗਾ ਜੀ। ਪ੍ਰੋਫੈਸਰ BSGMC ਵਾਲਾ ਬਹੁਤ ਘੱਟ ਸ਼ਬਦਾਂ 'ਚ ਉਹਨੂੰ ਕਰ ਦਿਓ ਜੀ ਪੂਰਾ। ਬਿਲਕੁਲ ਮੇਰਾ ਇੰਨਾ ਹੀ ਕਹਿਣਾ ਹੈਗਾ ਕਿ ਦੇਖੋ ਹੁਣ ਇੱਕ ਪਾਸੇ ਹੋਣਾ ਪਊਗਾ। ਮੈਂ ਤੇ ਵੈਸੇ ਵੀ ਕਹਿਣਾ, ਉੱਥੇ ਉਹਨਾਂ ਨੂੰ ਕਿਹਾ ਇਹ ਗਿਆ ਆ, ਜਿਹੜਾ ਉਹਨਾਂ ਨੇ ਡਾਇਰੈਕਟਰ ਜਿਨ੍ਹਾਂ ਨੇ ਚੋਣਾਂ ਕਰਾਉਣੀਆਂ, ਉਹਨਾਂ ਨੇ ਇਹ ਕਿਹਾ ਕਿ ਉਹ ਆ ਜਾਊਗਾ, 2-3 ਦਿਨਾਂ 'ਚ ਕਲੀਅਰ ਹੋ ਜੂ ਸਾਰਾ। ਕੋਰਟ ਵੱਲੋਂ ਜ਼ਰੂਰ ਫੈਸਲਾ ਆ ਗਿਆ ਕਿ ਉਹ ਧਾਰਮਿਕ ਪਾਰਟੀ ਹੀ ਹੋਣੀ ਚਾਹੀਦੀ ਹੈ, ਕਿ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਡੇਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਕਿਤੇ ਵੀ ਜਿਹੜੀ ਉਹਦੇ ਵਿੱਚ ਲੜਨੀਆਂ ਚੋਣਾਂ, ਇਹਦੇ ਲਈ ਇਹਦਾ ਮਤਲਬ ਹੈ ਕਿ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਆਪਣਾ ਤੱਕੜੀ ਦਾ ਚੋਣ ਨਿਸ਼ਾਨ ਲੈ ਕੇ ਜਾਂ ਉਸ ਤਰ੍ਹਾਂ ਦਾ, ਉਹਦੇ ਲਈ ਮੁਸ਼ਕਲਾਤਾਂ ਹੋਣਗੀਆਂ। ਤੁਸੀਂ ਦੋਵਾਂ ਚੋਂ ਇੱਕ ਪਾਸੇ, ਜਾਂ ਫਿਰ ਉਹ ਚੋਣ ਨਿਸ਼ਾਨ ਉਹਨਾਂ ਨੂੰ ਦੇਣਾ ਪਊ, ਫਿਰ ਇੱਧਰੋਂ ਤੱਕੜੀ ਚਾਹੂਗੀ ਵੀ ਫਿਰ ਪੋਲੀਟੀਕਲ ਚੋਣਾਂ ਲੜਨੀ ਆ ਉਧਰ ਜਾਓ। ਤੇ ਇਸ ਲਈ ਇਹ ਉਹਨਾਂ ਲਈ ਵਿਪਤਾ ਤੇ ਖੜੀ ਹੋਈ ਹੈ। ਉਹ ਸੌਰਟ ਉਹਨਾਂ ਨੂੰ ਕੁਝ ਨਾ ਕਿਸੇ ਤਰੀਕੇ ਨਾਲ ਕਰਨਾ ਪਊਗਾ। ਪਰ ਮੇਰੀ ਜੇ ਨਿੱਜੀ ਰਾਏ ਤੁਸੀਂ ਪੁੱਛੋ, ਮੈਂ ਕਹਿੰਦਾ ਕਿ ਜਿਹੜੇ ਧਾਰਮਿਕ ਬਾਡੀਜ਼ ਹੁੰਦੀਆਂ ਉਹਦੇ ਚ ਪੋਲਿਟਿਕਸ ਨੂੰ ਨਹੀਂ ਘਸੇੜਨਾ ਚਾਹੀਦਾ। ਜੇ ਧਰਮ ਜਿਹੜਾ ਚੰਗੇ ਬੰਦਿਆਂ, ਸਿਆਣੇ ਬੰਦਿਆਂ ਦੇ, ਸੌਬਰ ਬੰਦਿਆਂ ਦੇ, ਪੜ੍ਹੇ ਲਿਖੇ ਬੰਦਿਆਂ ਦੇ ਹੱਥ ਹੋਊਗਾ ਤਾਂ ਰਾਜਨੀਤਿਕ ਲੋਕ ਉੱਥੋਂ ਬਹੁਤ ਕੁਝ ਸਿੱਖਣਗੇ ਤੇ ਉਹਨਾਂ ਨੂੰ ਉਹ ਸਿੱਧਤ ਵੀ ਕਰ ਸਕਦੇ। ਪਰ ਜੇ ਪੋਲੀਟੀਸ਼ੀਅਨ ਧਰਮ ਚ ਘੁਸ ਜਾਣਗੇ ਤੇ ਧਰਮ ਦਾ ਪੱਠਾ ਬੈਠੂਗਾ। ਪਹਿਲਾਂ ਵੀ ਕਾਫੀ ਬਿਠਾਇਆ ਇਹਨਾਂ ਲੋਕਾਂ ਨੇ, ਹੋਰ ਬੈਠ ਸਕਦਾ। ਹਾਂਜੀ ਜੀ ਬਿਲਕੁਲ। ਪ੍ਰੋਫੈਸਰ ਬਹੁਤ ਬਹੁਤ ਸ਼ੁਕਰੀਆ ਜੀ तमाम ਜਾਣਕਾਰੀ ਦੇਣ ਦੇ ਲਈ। ਤੇ ਸੋਮਵਾਰ ਨੂੰ ਯਾਨੀ ਮੰਡੇ ਨੂੰ ਫਿਰ ਤੋਂ ਤੁਹਾਡਾ ਮਿਲਾਂਗੇ, ਬਹੁਤ ਸਾਰੀਆਂ ਜਾਣਕਾਰੀਆਂ ਆਪਾਂ ਹਾਸਲ ਕਰਾਂਗੇ। ਫਿਲਹਾਲ ਦੇ ਲਈ ਤਾਂ ਹੁਣ ਤੁਹਾਡਾ ਸੌਣ ਦਾ ਸਮਾਂ ਹੋ ਗਿਆ। ਆਪਣਾ ਕੀਮਤੀ ਸਮਾਂ ਜਿਹੜਾ ਸਪੈਸ਼ਲ ਸਮਾਂ ਸਾਡੇ ਲਈ ਕੱਢਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਸ਼ਹਿਰੀ, ਤੁਹਾਡਾ, ਤੁਹਾਡੀ ਟੀਮ ਦਾ, ਤੁਹਾਡੇ ਕਾਲਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਜੀ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਸੀ। ਮੈਂ ਵਾਈਂਡ ਅਪ ਕਰਨ ਤੋਂ ਪਹਿਲਾਂ ਸਾਡੇ ਕੁਝ ਕਾਲਰਸ ਨੂੰ ਇਹ ਕਹਿਣਾ ਚਾਹਾਂਗੀ, ਕੁਝ ਕਾਲਸ ਮੈਂ ਅਟੈਂਡ ਨਹੀਂ ਕਰ ਪਾਈ। ਕੁਝ ਕਾਲਰਸ ਨੂੰ ਮੈਂ ਕਹਾਂਗੀ ਕਿ ਜਦੋਂ ਆਪਣੇ ਨਾਲ ਕੋਈ ਵੀ ਬੁੱਧੀਜੀਵੀ, ਕੋਈ ਮਾਹਰ ਹੈ ਕਿਸੇ ਚੀਜ਼ ਦੇ, ਕੋਈ ਵੀ ਕਿਸੇ ਸਪੈਸ਼ਲ ਇਸ਼ੂ ਦੇ ਉੱਤੇ ਗੱਲ ਕਰਨ ਦੇ ਲਈ ਜਦੋਂ ਜੁੜਦੇ ਨੇ ਤਾਂ ਆਪਾਂ ਉਹਨਾਂ ਨੂੰ ਸਵਾਲ ਕਰਿਆ ਕਰੀਏ। ਸਵਾਲ ਕਰਨਾ ਆਪਣਾ ਹੱਕ ਵੀ ਹੈ, ਆਪਣਾ ਫਰਜ਼ ਵੀ ਹੈ, ਔਰ ਜੇ ਸਾਡੀ ਉਸ ਟੌਪਿਕ ਦੇ ਉੱਤੇ ਪੂਰੇ ਤਰੀਕੇ ਨਾਲ ਪਕੜ ਹੈ, ਅਸੀਂ ਉਹਦੇ ਸੰਬੰਧੀ ਜਾਣਨਾ ਚਾਹੁੰਦੇ ਹਾਂ ਤਾਂ ਸਵਾਲ ਜ਼ਰੂਰ ਕਰਿਆ ਕਰੋ। ਸਵਾਲ ਕਰਨ ਦੇ ਵਿੱਚ ਕੋਈ ਹਰਜ਼ ਨਹੀਂ ਹੈ, ਪਰ ਜਦੋਂ ਆਪਣੇ ਲਈ ਸਪੈਸ਼ਲ ਕੋਈ ਸਮਾਂ ਕੱਢ ਕੇ ਜੁੜਦਾ ਹੈ ਤਾਂ ਆਪਾਂ ਬਜਾਏ ਉਹਨਾਂ ਦੇ ਉੱਤੇ ਐਲੀਗੇਸ਼ਨ ਡਾਇਰੈਕਟ ਇਸ ਤਰੀਕੇ ਨਾਲ ਲਗਾਉਣ ਦੇ ਆਪਾਂ ਉਹਨਾਂ ਨੂੰ ਸਵਾਲ ਪੁੱਛਿਆ ਕਰੀਏ। ਸੋ ਇਹ ਸਿਰਫ ਇੱਕ ਤਰੀਕੇ ਦੇ ਵਿੱਚ ਥੋੜ੍ਹਾ ਜਿਹਾ ਫਰਕ ਪਾਉਣਾ ਹੁੰਦਾ। ਸਵਾਲ ਤਾਂ ਆਪਾਂ ਪੁੱਛਣਾ ਹੀ ਹੁੰਦਾ, ਪਰ ਸਿਰਫ ਇੱਕ ਥੋੜ੍ਹਾ ਜਿਹਾ ਤਰੀਕੇ ਨੂੰ ਬਦਲੀਏ ਕਿ ਸਾਹਮਣੇ ਵਾਲੇ ਪਰਸਨ ਨੂੰ, ਜਦੋਂ ਸਾਡੇ ਨਾਲ ਜਿਹੜੇ ਸਪੈਸ਼ਲੀ ਮਾਹਰ ਜੁੜੇ ਹੋਏ ਨੇ ਕਿਸੇ ਚੀਜ਼ ਦੇ, ਕਹਿ ਸਕਦੇ ਆਪਾਂ ਪ੍ਰੋਫੈਸਰ ਨੇ ਉਹ, ਜਾਂ ਕਿਸੇ ਟੌਪਿਕ 'ਤੇ ਆਪਣੇ ਨਾਲ ਗੱਲ ਕਰਨ ਦੇ ਜੁੜਦੇ ਨੇ, ਤਾਂ ਆਪਾਂ ਡਾਇਰੈਕਟ ਉਹਨਾਂ ਦੇ ਉੱਤੇ ਕਿਸੇ ਐਲੀਗੇਸ਼ਨ ਨੂੰ ਨਾ ਮੜੀਏ। ਆਪਾਂ ਸਵਾਲ ਪੁੱਛੀਏ ਵੀ ਜੇ ਤੁਸੀਂ ਇਹ ਗੱਲ ਕਹੀ ਤਾਂ ਕਿਵੇਂ ਕਹੀ, ਕਿਹਦੇ ਸੰਦਰਭ ਵਿੱਚ ਕਹੀ ਹੈ, ਅਤੇ ਇਹਦੇ ਮਾਇਨੇ ਕੀ ਨੇ, ਅਤੇ ਤੁਸੀਂ ਇਹ ਗੱਲ ਨੂੰ ਕਿਉਂ ਇਸ ਤਰੀਕੇ ਨਾਲ ਕਹਿ ਰਹੇ ਹੋ। ਇੱਦਾਂ ਦੇ ਸਵਾਲ ਜਿਹੜੇ ਜ਼ਰੂਰ ਕਰਿਆ ਕਰੋ। ਬਾਕੀ ਸਾਡੇ ਕਾਲਰਸ ਦਾ ਬਹੁਤ ਬਹੁਤ ਥੈਂਕ ਯੂ ਔਰ ਬਹੁਤ ਬਹੁਤ ਧੰਨਵਾਦ ਕਿ ਸਪੈਸ਼ਲ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਨੇ। ਔਰ ਸੌਰੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀ ਮੈਂ ਕਾਲ ਜਿਹੜੀ ਹੈ ਸ਼ਾਇਦ ਕਈ ਵਾਰੀ ਮੁੱਦੇ ਦੇ ਉੱਤੇ ਗੱਲ ਕਰਦੇ ਇੰਨਾ ਡੀਪਲੀ ਚਲੇ ਜਾਂਦੇ ਹਾਂ ਵੀ ਕਾਲ ਪਿਕ ਨਹੀਂ ਹੋ ਪਾਉਂਦੀ। ਸੋ ਸੋਮਵਾਰ ਨੂੰ ਆਪਾਂ ਕਾਲ ਪਿਕ ਕਰਾਂਗੇ, ਮੰਡੇ ਨੂੰ ਫਿਰ ਤੋਂ ਗੱਲ ਕਰਾਂਗੇ ਨਵੇਂ ਮੁੱਦੇ ਦੇ ਉੱਤੇ। ਫਿਲਹਾਲ ਦੇ ਲਈ ਇਜਾਜ਼ਤ ਦਿਓ। ਤੁਹਾਡਾ ਸਾਰਿਆਂ ਦਾ ਜਿਹੜਾ ਦਿਨ ਹੈ ਉਹ ਬਹੁਤ ਵਧੀਆ ਚੜ੍ਹੇ। ਹੈਵ ਅ ਗੁੱਡ ਡੇ ਐਂਡ ਸਾਰੇ ਜਣੇ ਬਿਲਕੁਲ ਖੁਸ਼ੀ ਭਰਿਆ ਦਿਨ ਆਪਣਾ ਜ਼ਰੂਰ ਕੱਢਿਓ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।